ਸੱਚੀ ਗੱਲ ਪੁੱਛੋ, ਰਾਜਨੀਤੀ ਕਰਨ ਨੂੰ ਜੀ ਨਹੀਂ ਕਰਦਾ। ਮੈਂ ਜੀਰਾ ਸਾਹਿਬ ਦੀ ਮੌਤ ਤੋਂ ਬਾਅਦ ਮੈਂ ਮਨ ਬਣਾ ਲਿਆ ਸੀ ਕਿ ਨਹੀਂ ਲੜਨਾ। ਲੰਬੀ ਦੇ ਲੋਕ ਜਿਹੜੇ ਆ ਉਹ ਆਪਦੇ ਆਪ ਨੂੰ ਆਜ਼ਾਦ ਨਹੀਂ ਸਮਝਦੇਗੇ, ਉਹ ਆਪਦੇ ਆਪ ਨੂੰ ਬੰਦੀ ਬਣਾ ਕੇ ਬੈਠੇ ਨੇ। ਉਹ ਬੰਦੀਆਂ ਨੂੰ ਮੈਂ ਯਾਦ ਕਰਾਉਣਾ ਚਾਹੁੰਦਾ ਸੀ, ਮੇਰਾ ਬੜਾ ਚਾਅ ਸੀਗਾ, ਪਰ ਪ੍ਰਮਾਤਮਾ ਨੇ ਮੇਰੇ ਤੋਂ ਮੇਰਾ ਪਿਓ ਖੋਹ ਲਿਆ। ਜਿੰਨੇ ਕੰਮ ਹੋਏ ਇਹ ਸਾਰੇ ਜੀਰਾ ਸਾਹਿਬ ਦੇ ਸੁਪਨੇ ਆ। ਸਭ ਤੋਂ ਵੱਡਾ ਸੁਪਨਾ ਇੱਕ ਉਹਨਾਂ ਦਾ ਇਹ ਸੀ, ਹੋ ਸਕਦਾ ਜੇ ਮੈਂ ਉੱਥੇ ਧਰਨੇ ਤੇ ਨਾ ਹੁੰਦਾ ਮੈਂ ਆਪਦੇ ਫਾਦਰ ਨੂੰ ਬਚਾ ਲੈਂਦਾ, ਕਿਉਂਕਿ ਮੈਂ ਇੱਕ ਕਿਸਾਨ ਦਾ ਪੁੱਤਰ ਸੀ, ਉਹ ਕਿਸਾਨ ਸੀ। ਉਹਨਾਂ ਨੇ ਵੀ ਮੈਨੂੰ ਇਹ ਕਿਹਾ ਕਿ ਵਾਪਸ ਨਾ ਮੁੜ ਕੇ। ਅੱਜ ਜਿੰਨਾ ਘਾਟਾ ਸਾਡੇ ਜੀਰੇ ਹਲਕੇ ਨੂੰ ਪਿਆ, ਅੱਜ ਮੈਨੂੰ ਪਤਾ ਹੈ ਅੱਗੇ ਉਹ ਮਖੂ ਸਾਂਭਦੇ ਸੀ, ਮੈਂ ਜੀਰਾ ਸਾਂਭਦਾ ਸੀ। ਅੱਜ ਮੈਂ ਸਵੇਰੇ 5 ਵਜੇ ਤੋਂ ਨਿਕਲ ਜਾਂਦਾ, ਰਾਤੀ ਮੈਂ 3 ਵਜੇ ਆਉਂਦਾ ਵਾਂ। ਟਾਵਰ ਜ਼ਰੂਰ ਛੋਟਾ ਪਰ ਰੇਂਜ ਬਹੁਤ ਆ। ਧੱਕੇ ਨਾਲ ਕੰਮ ਕਰਾਉਣੇ ਬਿਲਕੁਲ ਪਿਆਰ ਆ ਜੀਰੇ ਦਾ। ਬਿਕਰਮਜੀਤ ਮਜੀਠੀਏ ਦੀ ਮਾਂ ਨੇ ਥੋੜੀ ਉਹਦਾ ਨਾਂ ਚਿੱਟਾ ਰੱਖਿਆ, ਉਹ ਗੋਲੀ ਦਾ ਨਾਂ ਲੋਕਾਂ ਨੇ ਨੰਨੀ ਸ਼ਾਂ ਪਾਤਾ। ਕਿਉਂਕਿ ਜਿੰਨੇ ਨਸ਼ੇ ਆਏ ਬਾਦਲ ਪਰਿਵਾਰ ਲੈ ਕੇ ਆਇਆ। ਤੁਸੀਂ ਕਿਸੇ ਨੂੰ ਕਹਿ ਰਹੇ ਹੋ ਸੁਖਬੀਰ ਬਾਦਲ, ਅਗਲਾ ਕਹਿੰਦਾ ਸੁੱਖਾ ਅਮਲੀ। ਮੈਂ ਆਪਦਾ ਡੋਪ ਟੈਸਟ ਕਰਾਇਆ ਔਰ ਸੁਖਬੀਰ ਸਿੰਘ ਬਾਦਲ ਜੀਰੇ ਆਣ ਕੇ ਡੋਪ ਟੈਸਟ ਕਰਾਉਣ ਤੋਂ ਭੱਜ ਗਿਆ। ਮਨ ਦੇ ਵਿੱਚ ਕੋਈ ਡਰ ਹੈਗਾ ਗਾ? ਕਿਉਂਕਿ ਵਿਰੋਧੀ ਇਹ ਵੀ ਕਹਿੰਦੇ ਆ ਵੀ ਜੇ ਸਰਕਾਰ ਆ ਗਈ ਸਭ ਤੋਂ ਪਹਿਲਾਂ ਜਿਹੜਾ ਕੁਲਬੀਰ ਜੀਰੇ ਨੂੰ ਟੰਗਣਾ। 10 ਸਾਲ ਬਾਦਲਾਂ ਦੀ ਸਰਕਾਰ ਰਹੀ ਹੈ, ਜੀਰਾ ਲਿਖਿਆ ਨਹੀਂ। ਜਿਗਰਾ ਇੰਦਰਜੀਤ ਸਿੰਘ ਜੀਰਾ ਵਾਲਾ, ਜੇ ਉਹ ਬਾਦਲ ਦੀ ਗੱਡੀ ਰੋਕ ਸਕਦੇ ਸੀ, ਅੱਜ ਮੇਰੇ 'ਚ ਵੀ ਇੰਨੀ ਤਾਕਤ ਆ ਕਿ ਮੈਂ ਬਿਕਰਮਜੀਤ ਮਜੀਠੀਏ ਨੂੰ ਤੇ ਸੁਖਬੀਰ ਬਾਦਲ ਨੂੰ 5 ਸਾਲ ਜੀਰੇ ਨਹੀਂ ਵੜਨ ਦਿੱਤਾ। ਤੁਸੀਂ ਕਹਿੰਦੇ ਹੋ ਵੀ ਜੀਰੇ ਦਾ ਕੰਮ ਬੋਲਦਾਗਾ, ਪਰ ਕਿਤੇ ਨਾ ਕਿਤੇ ਚਿੱਟਾ ਵੀ ਬੋਲਦਾਗਾ। ਪੌਣੇ 5 ਸਾਲ ਜਦੋਂ ਕੁਲਬੀਰ ਸਿੰਘ ਜੀਰਾ ਇਹਨੇ ਨਸ਼ੇ ਦੇ ਮੁੱਦੇ ਤੇ ਆਵਾਜ਼ ਚੁੱਕੀ ਸੀ, ਉਦੋਂ ਲੋਕ ਕਿੱਥੇ ਸੀ? ਔਰ ਉਦੋਂ ਲੋਕ ਮੇਰੇ ਨਾਲ ਖੜਦੇ। ਜਿਹੜਾ ਕੈਪਟਨ ਅਸੀਂ ਹੁਣ ਲਾਇਆ ਮੈਂ ਉਦੋਂ ਹੀ ਲਾ ਦਿੰਦਾ। ਮੈਂ ਇਲੈਕਸ਼ਨ ਨਹੀਂ ਲੜਦਾ, ਅੱਜ ਪਿੰਡ ਪਿੰਡ ਜਾਣਾ, ਕੋਈ ਮੇਰੇ ਤੇ ਉਂਗਲ ਨਹੀਂ ਚੁੱਕ ਸਕਦਾ। ਮੈਂ ਕਿਸੇ ਦੇ ਚਾਹ ਦੇ ਕੱਪ ਦਾ ਰਵਾਂਦਾਰ ਨਹੀਂ। ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਗੱਲ ਕਹਿ ਸਕਦੇ ਹੋ ਵੀ ਕੋਈ ਵੀ ਸਰਕਾਰੀ ਪੈਸਾ ਨਹੀਂ ਖਾਦਾ। ਬਿਲਕੁਲ ਬਿਲਕੁਲ 1 ਰੁਪਈਆ ਕਿਤੇ ਕਰਦੇ ਸ਼ੋ। ਬਿਕਰਮ ਸਿੰਘ ਮਜੀਠੀਆ ਬਾਰੇ ਕੀ ਸੋਚਦੇ? ਅਸੀਂ ਆਪਦੀ ਕੁੱਲ ਥੋੜੀ ਖਰਾਬ ਕਰਨੀ। ਚਿੱਟੇ ਦਾ ਵਪਾਰੀ ਹੈ ਔਰ ਉਸ ਬੰਦੇ ਦਾ ਕੋਈ ਕਿਰਦਾਰ ਨਹੀਂ। 6.5 ਫੁੱਟ ਦਾ ਕੱਦ ਆ ਔਰ ਜਿਗਰਾ ਛੋਟਾ ਜਿਹਾ। ਭਗਵੰਤ ਸਿੰਘ ਮਾਨ ਬਾਰੇ ਕੀ ਸੋਚਦੇ? ਆਪਦਾ ਪਰਿਵਾਰ ਨਹੀਂ ਚਲਾ ਸਕਦਾ, ਉਹ ਸਰਕਾਰ ਨਹੀਂ ਚਲਾ ਸਕਦਾ, ਉਹ ਲੋਕਾਂ ਦੇ ਨਾਲ ਨਹੀਂ ਵਿਚਰ ਸਕਦਾ। ਕੈਪਟਨ ਅਮਰਿੰਦਰ ਸਿੰਘ ਜਿਹੜਾ ਆਪ ਲੋਕਾਂ ਨੂੰ ਟਾਈਮ ਨਹੀਂ ਸੀ ਦਿੰਦਾ, ਹੁਣ ਉਹ ਲੋਕਾਂ ਤੋਂ ਟਾਈਮ ਮੰਗਦਾ, ਲੋਕ ਉਹਨੂੰ ਟਾਈਮ ਨਹੀਂ ਦਿੰਦੇਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। ਸਿਆਸਤ ਨੂੰ ਅਕਸਰ ਕਿਹਾ ਜਾਂਦਾ ਹੈਗਾ ਵੀ ਜਿਹੜੀ ਸਿਆਸਤ ਆ ਉਹ ਸਾਨਾਂ ਦਾ ਭੇੜ ਆ, ਪਰ ਸਿਆਸਤ ਦੇ ਵਿੱਚ ਕਦੇ-ਕਦੇ ਜਿਹੜੀ ਤੁਹਾਡੀ ਬੋਲਬਾਣੀ ਆ ਉਹ ਕਦੇ-ਕਦੇ ਬੜੀ ਡਿੱਗ ਵੀ ਪੈਂਦੀ ਹੈ ਤੇ ਕਦੇ-ਕਦੇ ਸਿਆਸਤਦਾਨ ਆਪਦੇ ਆਪ ਨੂੰ ਬੜੇ ਸਿਆਣੇ ਕਹਿੰਦੇ ਨੇ। ਤੇ ਜੇ ਗੱਲ ਕਰੀਏ ਅਸੀਂ ਵਿਧਾਨ ਸਭਾ ਦੀ, ਉੱਥੇ ਬੜੇ ਇੱਕ ਸੁਚਾਰੂ ਤਰੀਕੇ ਦੇ ਨਾਲ ਭਾਸ਼ਣ ਦਿੱਤੇ ਜਾਂਦੇ ਨੇ, ਪਰ ਉਸੇ ਹੀ ਵਿਧਾਨ ਸਭਾ ਦੇ ਵਿੱਚ ਕਈ ਵਾਰ ਜਿਹੜੀ ਬੋਲਬਾਣੀ ਆ ਉਹ ਡਿੱਗ ਪੈਂਦੀ ਹੈ, ਨੀਵੇਂ ਪੱਧਰ ਦੀਆਂ ਗੱਲਾਂ ਹੁੰਦੀਆਂ ਗੀਆਂ। ਤੇ ਕਈ ਹਲਕਿਆਂ ਦੇ ਉੱਤੇ ਇੱਦਾਂ ਲੱਗਦਾ ਗਾ ਵੀ ਜਿਹੜੇ ਸਿਆਸਤਦਾਨ ਆ ਉਹਨਾਂ ਦੀ ਇੱਕ ਰਾਜਨੀਤਿਕ ਲੜਾਈ ਨਹੀਂ, ਇਹ ਆਪਣੀ ਘਰ ਦੀ ਨਿੱਜੀ ਲੜਾਈ ਆ। ਬੜਾ ਕੁਝ ਚੱਲਦਾ ਗਾ ਪੰਜਾਬ ਦੀ ਸਿਆਸਤ ਦੇ ਵਿੱਚ। ਹਾਲਾਂਕਿ ਕਿਹਾ ਜਾਂਦਾ ਗਾ ਵੀ ਜੇ ਯੂਪੀ ਦੀ, ਬਿਹਾਰ ਦੀ ਸਿਆਸਤ ਦੇਖੋਗੇ ਉਹਦੇ ਨਾਲੋਂ ਪੰਜਾਬ ਦੀ ਸਿਆਸਤ ਬਹੁਤ ਵਧੀਆ ਗਈ। ਪਰ ਜਿਹੜਾ ਹੁਣ ਮਾਹੌਲ ਬਣ ਰਿਹਾ ਗਾ ਪੰਜਾਬ ਦੇ ਵਿੱਚ, ਕੀ ਇੱਦਾਂ ਦੀ ਸਿਆਸਤ ਹੋਣੀ ਚਾਹੀਦੀ ਆ? ਕੀ ਲੋਕਾਂ ਦੇ ਮੁੱਦਿਆਂ ਤੋਂ ਪਾਸੇ ਹਟ ਕੇ ਪਰਸਨਲ ਉਂਗਲਾਂ ਕਿਸੇ ਵੱਲ ਹੋਣੀਆਂ ਚਾਹੀਦੀਆਂ ਗੀਆਂ? ਬੜਾ ਕੁਛ ਆ। ਤੇ ਇੱਦਾਂ ਦੇ ਹੀ ਜੇ ਅਸੀਂ ਲੀਡਰਾਂ ਦੀ ਗੱਲ ਕਰਦੇ ਹਾਂ, ਬੜੇ ਵੱਡੇ ਲੀਡਰਾਂ ਦਾ ਨਾਮ ਆਉਂਦਾ ਗਾ। ਪਰ ਜੇ ਅਸੀਂ ਕਾਂਗਰਸ ਦੀ ਸਿਆਸਤ ਦੀ ਗੱਲ ਕਰਦੇ ਹਾਂ, ਇੱਕ ਬਹੁਤ ਚਰਚਿਤ ਨਾਮ ਜਿਨ੍ਹਾਂ ਬਾਰੇ ਕਿਹਾ ਜਾਂਦਾ ਗਾ ਵੀ ਉਹ ਕੈਬਨਿਟ ਮਿਨਿਸਟਰ ਨਹੀਂ, ਉਹ MLA ਨੇ, ਪਰ MLA ਬਣ ਕੇ ਵੀ ਕੈਬਨਿਟ ਮਿਨਿਸਟਰ ਤੋਂ ਜ਼ਿਆਦਾ ਪਾਵਰ ਰੱਖਦੇ ਨੇ। ਮੁੱਖ ਮੰਤਰੀ ਦੇ ਨੇੜੇ ਨੇ, ਡਿਪਟੀ ਮੁੱਖ ਮੰਤਰੀ ਦੇ ਨੇੜੇ ਨੇ, ਤੇ ਹੋਰ ਕਈ ਜਿਹੜੇ ਕੇਂਦਰੀ ਮੰਤਰੀ ਆ ਜਾਂ ਸਟੇਟ ਦੇ ਮੰਤਰੀ ਨੇ ਉਹਨਾਂ ਦੇ ਨੇੜੇ ਨੇ। ਉਹਨਾਂ ਦਾ ਨਾਮ ਆ ਕੁਲਬੀਰ ਸਿੰਘ ਜੀਰਾ। ਬਾਰਡਰ ਏਰੀਏ ਦੀ ਗੱਲ ਕਰਦੇ ਆ, ਹੌਟ ਸੀਟ ਆ ਜੀਰਾ ਹਲਕਾ, ਪਰ ਇਲਜ਼ਾਮ ਵੀ ਬੜੇ ਗੰਭੀਰ ਲੱਗਦੇ ਆ। ਖਾਸ ਕਰਕੇ ਕਈ ਵਾਰ ਇੱਦਾਂ ਲੱਗਦਾ ਗਾ ਵੀ ਕੁਲਬੀਰ ਜੀਰਾ ਵਰਸਸ ਬਿਕਰਮ ਮਜੀਠੀਆ ਵੀ ਹੋਣਾ ਚਾਹੀਦਾ ਗਾ। ਬਹੁਤ ਗੱਲਾਂ ਗੀਆਂ। ਅੱਜ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਹਾਜ਼ਰ ਰਹਿਣਗੇ ਸਾਡੇ ਨਾਲ MLA ਜੀਰਾ ਕੁਲਬੀਰ ਜੀਰਾ। ਜੀਰਾ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ।
ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀਰਾ ਜੀ, ਸਭ ਤੋਂ ਪਹਿਲਾਂ ਤਾਂ ਹਲਕੇ ਦੀ ਗੱਲ ਕਰਾਂਗੇ। ਕਿਵੇਂ ਲੱਗਦਾਗਾ ਹਲਕੇ ਦਾ ਕੀ ਹਾਵ ਭਾਵ? ਗੱਲ ਇਹ ਕਿ ਜੀਰਾ ਹਲਕਾ ਇੱਕ ਜਿਹੜਾ ਹੈ ਉਹ ਮੇਰਾ ਪਰਿਵਾਰ ਆ, ਔਰ ਪਰਿਵਾਰ ਹਮੇਸ਼ਾ ਹੀ ਜਿਹੜਾ ਹੈ ਉਹ ਆਪਦੇ ਬੱਚਿਆਂ ਦੇ ਸਿਰ ਤੇ ਆਸ਼ੀਰਵਾਦ ਰੱਖਦਾ, ਔਰ ਇਹਨਾਂ ਦੇ ਪਿਆਰ ਸਦਕਾ ਹੀ, ਇਹਨਾਂ ਦੇ ਆਸ਼ੀਰਵਾਦ ਸਦਕਾ ਹੀ ਜਿਹੜਾ ਹੈ ਕਿ ਅਸੀਂ ਜਿਹੜੀ 2022 ਦੀ ਜਿਹੜੀ ਜੰਗ ਜਿਹੜੀ ਸ਼ੁਰੂ ਹੋਈ ਆ ਉਹਦੇ ਵਿੱਚ ਕਾਂਗਰਸ ਪਾਰਟੀ ਦੀ ਜਿਹੜੀ ਆ ਜੀਰੇ ਤੋਂ ਜਿੱਤ ਹੋਵੇਗੀ। ਮੈਂ ਪਿਛਲੇ ਦਿਨੀ ਤੁਹਾਡੀ ਇੱਕ ਮੁਲਾਕਾਤ ਦੇਖ ਰਿਹਾ ਸੀ, ਤੁਸੀਂ ਸਿੱਧਾ ਹੀ ਕਹਿਤਾ ਵੀ ਸਾਡੇ ਆਉਣ ਵਾਲੇ ਜਿਹੜੇ ਮੁੱਖ ਮੰਤਰੀ ਉਹ ਚਰਨਜੀਤ ਸਿੰਘ ਚੰਨੀ ਹੋਣੇ ਚਾਹੀਦੇ ਨੇ। ਕਦੋਂ ਐਲਾਨ ਕਰ ਰਹੀ ਹੈ ਪਾਰਟੀ? ਗੱਲ ਇਹ ਹੈ ਕਿ ਉਹ ਮੈਂ ਨਹੀਂ ਕਿਹਾ, ਮੇਰੇ ਐਕਚੁਅਲੀ 234 ਦੇ ਕਰੀਬ ਪਿੰਡ ਪੈਂਦੇ ਨੇ, 3 ਸ਼ਹਿਰ ਨੇ। ਮੈਂ ਪਿੰਡ ਜਾ ਰਿਹਾ, ਰੋਜ਼ ਦੇ 14 ਪਿੰਡ ਕਵਰ ਕਰ ਰਿਹਾ ਜੀ, ਸ਼ਹਿਰ ਕਵਰ ਕਰ ਰਿਹਾ ਵਾਂ। ਔਰ ਜਦੋਂ ਮੈਂ ਜਾ ਰਿਹਾ ਲੋਕਾਂ ਦੇ ਵਿੱਚ ਜਿਹੜੇ 111 ਦਿਨਾਂ ਦੇ ਸਰਕਾਰ ਦੇ ਕੀਤੇ ਹੋਏ ਜਿਹੜੇ ਕੰਮ ਉਹ ਬੋਲਦੇ ਆ। ਔਰ ਠੀਕ ਅੱਜ ਪੰਜਾਬ ਦੇ ਵਿੱਚ ਬੱਸਾਂ ਤਾਂ ਬੜੀਆਂ ਤੁਰੀਆਂ ਫਿਰਦੀਆਂ ਨੇ, ਪਰ ਲੋਕ ਬਹੁਤ ਸਿਆਣੇ ਆ, ਲੋਕ ਵੇਖ ਕੇ ਬੱਸ ਦੇ ਵਿੱਚ ਸਫ਼ਰ ਕਰਦੇ ਨੇ। ਮੈਂ ਉਸ ਦਿਨ ਵੀ ਦੱਸਿਆ ਸੀਗਾ ਕਿ ਜਿਵੇਂ ਕਿ ਤੁਸੀਂ ਲਾ ਲਓ ਕਿ ਬੱਸਾਂ ਤਾਂ 3 ਨੇ, ਉਹਨਾਂ 3 ਬੱਸਾਂ ਦੇ ਵਿੱਚੋਂ ਜਿਹੜੀ ਪਹਿਲੀ ਬੱਸ ਆ ਜਿਵੇਂ ਔਰਬਿਟ ਆ, ਜਿਹੜੀ ਹੁਣ ਥਾਣੇ ਅੱਗੇ ਖੜੀ ਮਿਲਦੀ ਹੈ, ਰਾਜੇ ਵੜਿੰਗ ਜੀ ਨੇ ਥਾਣੇ ਅੱਗੇ ਲਾਤੀ, ਉਸ ਬੱਸ ਦਾ ਡਰਾਈਵਰ ਜਿਹੜਾ ਹੈ ਉਹ ਸੁਖਬੀਰ ਸਿੰਘ ਬਾਦਲ ਆ। ਔਰ ਸੁਖਬੀਰ ਸਿੰਘ ਬਾਦਲ ਬਾਰੇ ਲੋਕ ਬੜੀ ਚੰਗੀ ਤਰ੍ਹਾਂ ਜਾਣਦੇ ਨੇ। ਤੁਸੀਂ ਕਿਸੇ ਨੂੰ ਕਹਿ ਰਹੇ ਹੋ ਸੁਖਬੀਰ ਬਾਦਲ, ਅਗਲਾ ਕਹਿੰਦਾ ਸੁੱਖਾ ਅਮਲੀ ਜਾਂ ਸੁੱਖਾ ਗੱਪੀ। ਔਰ ਉਸ ਬੱਸ ਦੇ ਤੁਸੀਂ ਵੇਖੋਗੇ ਧਿਆਨ ਨਾਲ ਉਹਦੀਆਂ ਲਾਈਟਾਂ ਵੀ ਟੁੱਟੀਆਂ ਨੇ, ਉਹਦੇ ਸ਼ੀਸ਼ੇ 'ਚ ਵੀ ਤਰੇੜ ਆ। ਔਰ ਜੀਰੇ ਤੋਂ ਜਿਹੜਾ ਉਹਦਾ ਕਨੈਕਟਰ ਆ ਉਸ ਬੱਸ ਦਾ ਉਹ ਜਨਮੇਜਾ ਸਿੰਘ ਸੇਖੋਂ ਆ। ਜਨਮੇਜਾ ਸਿੰਘ ਸੇਖੋਂ 10 ਸਾਲ ਜਦੋਂ ਮੰਤਰੀ ਰਿਹਾ ਤਾਂ ਸਾਡੇ ਸ਼ਹਿਰ ਦੇ ਲੋਕ, ਕਿਉਂਕਿ ਫਿਰੋਜ਼ਪੁਰ ਤੋਂ ਪਹਿਲੀ ਵਾਰ ਇਹ ਮੰਤਰੀ ਬਣੇ ਜੀ, ਔਰ ਸਾਡੇ ਜੀਰੇ ਹਲਕੇ ਦੇ ਲੋਕ ਜਿਵੇਂ ਦਰਿਆ ਦੇ ਲੋਕ ਜਿਹੜੇ ਇਹਨਾਂ ਕੋਲ ਜਾਂਦੇ ਸੀਗੇ, ਇਹਨਾਂ ਨੂੰ ਕਹਿੰਦੇ ਸੀਗੇ ਕਿਉਂਕਿ ਸਾਡੇ ਜਦੋਂ ਵੀ ਬਾਰਿਸ਼ਾਂ ਹੁੰਦੀਆਂ ਨੇ ਹੜ੍ਹ ਜਿਹੜੇ ਉਹ ਸਾਡੇ ਮਖੂ ਤੋਂ ਹੀ ਆਉਂਦੇ ਆ। ਬੰਨ ਟੁੱਟ ਜਾਂਦਾ, ਕੱਚਾ ਬੰਨ ਆ, ਕੋਈ ਉਹਦੇ ਤੇ ਸੜਕ ਨਹੀਂ, ਕੋਈ ਕੁਛ ਨਹੀਂ। ਤਾਂ ਸਿੰਚਾਈ ਮੰਤਰੀ ਦਾ ਫਰਜ਼ ਬਣਦਾ ਕਿ ਬੰਨ ਪੱਕੇ ਕਰੇ ਤਾਂ ਕਿ ਲੋਕਾਂ ਨੂੰ ਬਚਾਇਆ ਜਾ ਸਕੇ। ਤਾਂ ਜਦੋਂ ਲੋਕ ਇਹਨਾਂ ਦੇ ਕੋਲ ਜਾਂਦੇ ਸੀ ਇਹ ਕਹਿੰਦੇ ਸੀ ਮੈਂ ਕਿਹੜਾ ਜੀਰੇ ਵਾਲਿਆਂ ਤੋਂ ਵੋਟਾਂ ਲੈਣੀਆਂ ਨੇ। ਹੁਣ ਵੀ ਮੈਨੂੰ ਪਤਾ ਲੱਗਾ ਕਿ ਕੱਲ ਪਰਸੋਂ ਇਹਨਾਂ ਨੇ ਬੜੀ ਮਾੜੀ ਸ਼ਬਦਾਵਲੀ ਬੋਲੀ, ਕਹਿੰਦੇ ਕਿ ਦਰਿਆ ਵਾਲਿਆਂ ਨੂੰ ਕੀ ਪਤਾ। ਠੀਕ ਹੈ, ਕਿਉਂਕਿ ਮੈਂ ਉਹ ਸ਼ਬਦਾਵਲੀ ਵਰਤਣਾ ਨਹੀਂ ਚਾਹੁੰਦਾ। ਔਰ ਜਿਵੇਂ ਕਹਿੰਦੇ ਸਮੇਂ ਦਾ ਕੋਈ ਗੇੜ ਪਤਾ ਨਹੀਂ ਲੱਗਦਾ। ਅੱਜ ਜੋ ਹੀ ਇੱਥੇ ਵੋਟਾਂ ਮੰਗਦੇ ਫਿਰਦੇ ਨੇ, ਸਾਡੇ ਮਖੂ ਸ਼ਹਿਰ ਵਾਲੇ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਕੋਲ ਗਏ। ਉਹਨਾਂ ਨੇ ਕਿਹਾ ਕਿ ਤੁਸੀਂ ਤਲਵੰਡੀ ਭਾਈ ਆਪਦੇ ਹਲਕੇ 'ਚ ਜਿਹੜਾ ਗੰਦਾ ਨਾਲਾ ਲੰਘਦਾ ਉਹਨੂੰ ਤੁਸੀਂ ਪੱਕਾ ਕਰਤਾ, ਸਾਡਾ ਮਖੂ ਵਾਲਾ ਵੀ ਕਰ ਦਿਓ। ਉਹਨਾਂ ਨੂੰ ਵੀ ਉਦੋਂ ਇਹ ਜਵਾਬ, ਕਹਿੰਦੇ ਮੈਂ ਕਿਹੜਾ ਜੀਰੇ ਵਾਲਿਆਂ ਤੋਂ ਵੋਟਾਂ ਲਈਆਂ ਨੇ। ਇਸ ਕਰਕੇ ਇਹ ਆ ਕਿ ਜਿਹੜੀ ਉਹਨਾਂ ਦੀ ਬੱਸ ਵੀ ਆ, ਉਸ ਬੱਸ ਦੇ ਵਿੱਚ ਬੀਬੀਆਂ ਸਫ਼ਰ ਨਹੀਂ ਕਰ ਸਕਦੀਆਂ। ਸਾਡੇ ਨੇੜੇ ਹੀ ਮੋਗੇ ਜਿਹੜਾ ਔਰਬਿਟ ਕਾਂਡ ਹੋਇਆ ਸੀਗਾ, ਕਿਉਂਕਿ ਜਿਸ ਬੱਸ ਦੇ ਵਿੱਚ ਔਰਤਾਂ ਸੇਫ ਹੈ ਨਹੀਂ ਗਈਆਂ, ਉਹਨਾਂ ਦੀ ਬੱਸ ਦੇ ਵਿੱਚ ਤਾਂ ਸਿਰਫ ਜਿਹੜੇ ਅੱਜ ਸਫ਼ਰ ਕਰ ਰਹੇ ਆ ਉਹ ਬਿਕਰਮਜੀਤ ਮਜੀਠੀਏ ਦੇ ਸਾਥੀ ਜਿਹੜੇ ਚਿੱਟੇ ਦਾ ਵਪਾਰ ਕਰਦੇ ਆ, ਉਹ ਲੋਕ ਸਫ਼ਰ ਕਰ ਰਹੇ ਆ। ਜਿਨ੍ਹਾਂ ਨੇ ਮਾੜੇ ਕੰਮ ਕਰਨੇ ਆ ਉਹ ਲੋਕ ਸਫ਼ਰ ਕਰ ਰਹੇ ਆ। ਜਿਹੜੇ ਵਪਾਰੀਆਂ ਨੂੰ ਧਮਕੀਆਂ ਦਿੰਦੇ ਆ ਕਿ ਫਰੌਤੀਆਂ ਮੰਗਦੇ ਨੇ, ਉਹ ਲੋਕ ਜਿਹੜੇ ਆ ਉਹ ਬਾਦਲਾਂ ਦੀ ਬੱਸ 'ਚ ਸਫ਼ਰ ਕਰਦੇ ਆ ਗੈਂਗਸਟਰ ਬਣ ਕੇ। ਇਦੋਂ ਪਹਿਲਾਂ ਜਦੋਂ ਪਹਿਲਾਂ ਸਰਕਾਰ ਸੀ, ਅੱਜ ਤੋਂ 10 ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਕਾਂਗਰਸ ਦੀ, ਕਦੀ ਕਿਸੇ ਨੇ ਸੁਣਿਆ ਸੀ ਕਿ ਗੈਂਗਸਟਰ ਨਾਂ ਹੀ ਨਹੀਂ ਸੀ ਸੁਣਿਆ, ਕਦੀ ਕਿਸੇ ਨੇ ਚਿੱਟਾ ਨਹੀਂ ਸੀ ਸੁਣਿਆ। ਮਗਰ ਜਦੋਂ ਵੀ ਬਾਦਲ ਆਏ ਨਸ਼ਾ ਲੈ ਕੇ ਆਏ। ਔਰ ਇਹਨਾਂ ਦੀ ਬੱਸ 'ਚ ਚੜ੍ਹਨ ਤੋਂ ਪਹਿਲਾਂ ਅਗਲਾ ਹਰੇਕ ਬੰਦਾ ਪਹਿਲਾਂ ਨਿਗਾਹ ਮਾਰਦਾ, ਕਿਉਂਕਿ ਬਾਰੀ ਦੇ ਸਾਹਮਣੇ ਲਿਖਿਆ ਹੁੰਦਾ। ਇਹਨਾਂ ਦੀ ਬੱਸ 'ਚ ਲਿਖਿਆ ਕਿ ਸਵਾਰੀ ਆਪਦੀ ਔਰ ਆਪਦੇ ਸਮਾਨ ਦੀ ਆਪ ਜ਼ਿੰਮੇਵਾਰ ਹੋਵੇਗੀ। ਔਰ ਲੋਕ ਸਿਆਣੇ, ਇਹਨਾਂ ਦੀ ਬੱਸ ਵਿੱਚ ਕੋਈ ਚੜ੍ਹ ਨਹੀਂ ਰਿਹਾ ਗਾ। ਔਰ ਦੂਜੀ ਜਿਹੜੀ ਗੱਲ ਆ, ਜਿਹੜੀ ਬੱਸ ਆ ਉਹ ਬੱਸ ਹੈਗੀ ਆ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਦੀ ਬੱਸ ਇੱਥੋਂ ਥੋੜ੍ਹੀ ਚੱਲੀ ਆ, ਉਹ ਤੋਂ ਦਿੱਲੀ ਤੋਂ ਕੇਜਰੀਵਾਲ ਲੈ ਕੇ ਆਇਆ। ਔਰ ਦਿੱਲੀ ਤੋਂ ਕੇਜਰੀਵਾਲ ਲੈ ਕੇ ਆਇਆ, ਜਦੋਂ ਉਹਨੇ ਸ਼ੰਭੂ ਬਾਰਡਰ 'ਤੇ ਆਣ ਕੇ ਰਾਹ ਪੁੱਛਿਆ ਕਿ ਭਾਈ ਜੀਰੇ ਨੂੰ ਜਾਣਾ ਜਾਂ ਕਿਤੋਂ ਦਾ ਵੀ ਪੁੱਛਿਆ, ਤਾਂ ਉਹਨਾਂ ਨੇ ਕਿਹਾ ਕਿ ਭਾਈ ਜੇ ਤੂੰ ਬੱਸ ਪੰਜਾਬ 'ਚ ਵੜਨੀ ਹੈ ਤਾਂ ਪੰਜਾਬ ਦਾ ਬੰਦਾ ਚਾਹੀਦਾ। ਤਾਂ ਭਗਵੰਤ ਮਾਨ ਮਿਲ ਗਿਆ ਉੱਥੇ। ਭਗਵੰਤ ਮਾਨ ਨੂੰ ਉਹਨੇ ਕਿਹਾ ਕਿ 20 ਦਿਨਾਂ ਵਾਲੀ ਡਰਾਈਵਰ ਲੱਗੇਗਾ। ਉਹ 20 ਦਿਨਾਂ ਲਈ ਟੈਂਪਰੇਰੀ ਡਰਾਈਵਰ ਆ, ਬੱਸ ਤਾਂ ਫਿਰ ਦਿੱਲੀ ਮੁੜਨੀ। ਔਰ ਭਗਵੰਤ ਮਾਨ ਨੇ ਸ਼ਰਤ ਰੱਖੀ, ਕਹਿੰਦਾ ਇੱਕ ਸ਼ਰਤ 'ਤੇ ਜਾਊਂਗਾ, ਤਨਖਾਹ ਜਿੰਨੀ ਮਰਜ਼ੀ ਦੇ ਦਿਓ, ਪਰ ਇਹ ਆ ਕਿ ਬੋਤਲ ਰੋਜ਼ ਦੀ 1 ਲੱਗਿਆ ਕਰੂਗੀ। ਬੋਤਲ ਲੈ ਕੇ ਤੇ ਸਟੀਅਰਿੰਗ 'ਤੇ ਬਾਤਾ। ਔਰ ਜਿਹੜਾ ਸਾਡੇ ਇੱਥੇ ਬੱਸ ਪਹੁੰਚੀ ਏ, ਇੱਥੋਂ ਵਾਲੇ ਲੋਕ ਇਹ ਚਰਚਾ 'ਚ ਨੇ, ਉਹ ਕਹਿੰਦੇ ਕਿ ਜਿਹੜਾ ਡਰਾਈਵਰ ਸ਼ਰਾਬ ਪੀ ਕੇ ਬੱਸ ਚਲਾਉਂਦਾ ਹੈ, ਜਿੰਦੇ ਸ਼ਰਾਬ ਕਰਕੇ ਉਹਦੀ ਘਰ ਦੀ ਤੇ ਉਹਦੇ ਬੱਚੇ ਛੱਡ ਕੇ ਚਲੇ ਗਏ, ਜਿਹੜਾ ਆਪਦਾ ਪਰਿਵਾਰ ਨਹੀਂ ਚਲਾ ਸਕਦਾ ਗਾ, ਉਹ ਜਿਹੜੀ ਬੱਸ ਆ ਉਹ ਨਹੀਂ ਚਲਾ ਸਕਦਾ। ਜਿਹੜਾ ਇੱਥੋਂ ਦਾ ਕਨੈਕਟਰ ਆ ਉਹ ਨਰੇਸ਼ ਕਟਾਰੀਆ। ਜੀਰਾ ਸਾਹਿਬ ਮਾਫੀ ਚਾਹੂੰਗਾ, ਤੁਸੀਂ ਕਹਿ ਰਹੇ ਹੋ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਬੱਸ ਆ ਉਹ ਦਿੱਲੀ ਤੋਂ ਚੱਲੀ ਆ। ਬੱਸ ਤਾਂ ਕਾਂਗਰਸ ਦੀ ਵੀ ਦਿੱਲੀ ਤੋਂ ਹੀ ਚੱਲਦੀ ਆ। ਬੱਸ ਕਾਂਗਰਸ ਦੀ ਦਿੱਲੀ ਤੋਂ ਚੱਲਦੀ ਹੈ, ਪਰ ਇੱਕ ਚੀਜ਼ ਤੁਸੀਂ ਵੇਖੋ ਕਿ ਟਿਕਟਾਂ ਜਿਹੜੀਆਂ ਨੇ
ਉਹ ਇੱਥੋਂ ਵਾਲਿਆਂ ਦੇ ਕਹਿਣ ਤੇ ਦਿੱਤੀਆਂ ਗਈਆਂ। ਸਾਡੀ ਕੋਈ ਟਿਕਟ ਵਿਕੀ ਨਹੀਂ, ਇਹਨਾਂ ਦੀਆਂ ਟਿਕਟਾਂ ਵਿਕੀਆਂ ਨੇ, ਇਹਨਾਂ ਦੀਆਂ ਮਿਲੀਆਂ ਹੋਈਆਂ ਟਿਕਟਾਂ ਲੋਕ ਛੱਡ ਕੇ ਭੱਜੇ ਨੇ। ਪਰ ਤੁਹਾਡੇ ਗੁਆਂਢੀ ਹੀ ਰੋਂਦੇ ਹੋਇਆਂ ਦੀਆਂ ਤਸਵੀਰਾਂ ਵੀ ਆ ਗਈਆਂ। ਕਿੰਨੀਆਂ ਆਈਆਂ ਦੱਸੋ? ਸਤਕਾਰ ਕੌਰ ਗਹਿਰੀ ਦੇ। ਸਤਕਾਰ ਕੌਰ, ਮੈਂ ਤਾਂ ਪਹਿਲਾਂ ਗੱਲ ਕਰਕੇ ਹਟਿਆ, ਜੇ ਅਸੀਂ ਚੰਗੇ ਕੰਮ ਕੀਤੇ ਹੁੰਦੇ, ਪਾਰਟੀ ਨੇ ਸਾਡੇ ਤੇ ਭਰੋਸਾ ਜਤਾਇਆ ਸੀ ਜੀ, ਜੇ ਪਾਰਟੀ ਨੇ ਸਾਡੇ ਤੇ ਭਰੋਸਾ ਜਤਾਇਆ ਸੀਗਾ, ਸਾਨੂੰ ਵਧੀਆ ਲੋਕਾਂ 'ਚ ਵਿਚਰਨਾ ਚਾਹੀਦਾ ਸੀ, ਸਾਨੂੰ ਸਰਪੰਚਾਂ ਦੇ ਨਾਲ ਬਣਾ ਕੇ ਰੱਖਣੀ ਚਾਹੀਦੀ ਸੀ। ਸਾਡੀ ਪਾਰਟੀ ਗਰਾਊਂਡ ਲੈਵਲ ਤੇ ਕੰਮ ਕਰਦੀ ਹੈ। ਜਦੋਂ ਦੇਖਦੇ ਆ ਕਿ ਕੋਈ ਕੈਂਡੀਡੇਟ ਨਹੀਂ ਜਿੱਤਦਾ, ਹਮੇਸ਼ਾ ਜਿੱਤਣ ਵਾਲਿਆਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਨੇ। ਜੇ ਪਹਿਲਾਂ ਸਹੀ ਕੰਮ ਕਰਦੇ ਤੇ ਅੱਜ ਰੋਣ ਦੀ ਲੋੜ ਨਾ ਪੈਂਦੀ। ਤੁਸੀਂ ਇਹ ਮੰਨਦੇ ਹੋ ਵੀ ਤੁਸੀਂ ਧੱਕੇਸ਼ਾਹੀ ਨਹੀਂ ਕਰੀ? ਬਿਲਕੁਲ ਨਹੀਂ ਕੀਤੀ। ਜੇ ਕੀਤੀ, ਇੱਕ ਮਿੰਟ ਮੈਂ ਦੱਸਦਾ ਕਿ ਮੈਂ ਤੇ ਰੰਧਾਵਾ ਸਾਹਿਬ ਅਸੀਂ ਦੋ ਇੱਕ ਇਹੋ ਜਿਹੇ ਇਨਸਾਨ ਆ ਜੀ ਜਿਨ੍ਹਾਂ ਨੇ ਟਿਕਟ ਅਪਲਾਈ ਨਹੀਂ ਸੀ ਕੀਤੀ। ਅਸੀਂ ਕਿਹਾ ਸੀਗਾ ਕਿ ਜੇ ਅੱਜ ਕੰਮਾਂ ਨੂੰ ਵੇਖ ਕੇ, ਸਾਡੇ ਕੰਮਾਂ ਨੂੰ ਵੇਖ ਕੇ ਜੇ ਪਾਰਟੀ ਸਾਡੇ ਤੇ ਵਿਸ਼ਵਾਸ ਜਤਾਊਗੀ ਤੇ ਅਸੀਂ ਇਲੈਕਸ਼ਨ ਲੜਾਂਗੇ, ਔਰ ਪਾਰਟੀ ਨੇ ਸਾਡੇ ਤੇ ਭਰੋਸਾ ਜਤਾਇਆ, ਅਸੀਂ ਇਲੈਕਸ਼ਨ ਲੜਿਆ। ਪਰ ਇੱਕ ਮੇਰੀ ਗੱਲ ਜਿਹੜੀ ਹੈ ਤੁਸੀਂ ਬੱਸ ਵਾਲੀ ਵਿੱਚ ਟੋਕਤੀ ਕਿ ਬੱਸ ਜਿਹੜੀ ਹੈ, ਜਿਹੜੀ ਦਿੱਲੀ ਤੋਂ ਬੱਸ ਆਈ, ਉਹਦੇ ਵਿੱਚ ਬੀਬੀਆਂ ਵੀ ਬਹੁਤ ਨੇ, ਛੱਤ ਵੀ ਭਰੀ ਆ, ਵਿੱਚੋਂ ਵੀ ਭਰੀ ਆ। ਉਹ ਬੀਬੀਆਂ ਇੱਥੇ ਆਣ ਕੇ, ਕਿਉਂਕਿ ਕਿਸੇ ਨੂੰ ਪੰਜਾਬ ਵਾਲੇ ਨੂੰ ਤਾਂ ਭਾਉਂਦੇ ਨਹੀਂ, ਸਿਰਫ ਡਰਾਈਵਰ ਜਿਹੜਾ ਹੈ ਉਹ ਪੰਜਾਬ ਦਾ ਰੱਖ ਲਿਆ ਤੇ ਕਨੈਕਟਰ ਰੱਖ ਲਿਆ। ਔਰ ਉਹ ਬੀਬੀਆਂ ਜਿਹੜੀਆਂ ਇਹ ਗੱਲ ਕਹਿੰਦੀਆਂ ਨੇ, ਉਹ ਕਹਿੰਦੀਆਂ ਅਸੀਂ ਤਾਂ ਕੇਜਰੀਵਾਲ ਲੱਭਦੀਆਂ ਫਿਰਦੀਆਂ ਪੰਜਾਬ 'ਚ, ਕਿ ਉਹ ਪੰਜਾਬ 'ਚ ਰਹਿੰਦਾ ਕਿੱਥੇ ਆ। ਕਿ ਪੰਜਾਬ ਵਾਲੀਆਂ ਬੀਬੀਆਂ ਨੂੰ ਕਹਿਤਾ ਕਿ ਮੈਂ 1000 ਰੁਪਈਆ ਮਹੀਨੇ ਦਾ ਦਊਂ, ਤੇ ਸਾਡੇ 3 ਵਾਰੀ ਬਣ ਗਿਆ, ਸਾਡੇ ਤੇ 1 ਰੁਪਈਆ ਨਹੀਂ ਦਿੱਤਾ, ਅਸੀਂ ਤੋਂ ਪੈਸੇ ਲੈਣੀ ਆਈਆਂ। ਔਰ ਉਹ ਬੱਸ ਜਿਹੜੀ ਉਹ 20 ਨੂੰ ਵਾਪਸ ਮੁੜ ਜਾਣੀ। ਉਹ ਲੋਕ ਬਹੁਤ ਸਿਆਣੇ ਆ। ਔਰ ਸਾਡੀ ਜਿਹੜੀ ਕਾਂਗਰਸ ਦੀ ਬੱਸ ਆ, ਉਸ ਬੱਸ ਦੇ ਵਿੱਚ ਪਹਿਲੀ ਗੱਲ ਤਾਂ ਮੈਂ ਵੜਿੰਗ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਕੋਲ ਟਰਾਂਸਪੋਰਟ ਮਹਿਕਮਾ ਸੀ, ਜਿਨ੍ਹਾਂ ਨੇ ਬਾਦਲਾਂ ਦੀਆਂ ਬੱਸਾਂ ਬੰਦ ਕੀਤੀਆਂ। ਔਰ ਸਰਕਾਰੀ ਬੱਸਾਂ ਜਿਹੜੀਆਂ ਪੰਜਾਬ ਸਰਕਾਰ ਦੀਆਂ, ਜੋ ਕਿ ਚੰਨੀ ਸਾਹਿਬ ਮੁੱਖ ਮੰਤਰੀ ਜਿੰਦੇ ਡਰਾਈਵਰ ਆ, ਨਵੀਆਂ ਬੱਸਾਂ ਜਿਹੜੀਆਂ 845 ਜਿਹੜੀਆਂ ਪਾਈਆਂ। ਔਰ ਜਿਹੜੀ ਜੀਰੇ ਵਾਲੀ ਬੱਸ ਦਾ ਜਿਹੜਾ ਡਰਾਈਵਰ, ਮੈਂ ਤਾਂ ਉਦਣ ਵੀ ਕਿਹਾ ਕਿ ਮੇਰੀ ਮਨ ਦੀ ਇੱਛਾ ਹੈ ਕਿ ਡਰਾਈਵਰ ਜਿਹੜਾ ਉਹ ਚਰਨਜੀਤ ਸਿੰਘ ਚੰਨੀ ਹੋਣੇ ਚਾਹੀਦੇ। ਉਹ ਜੇ ਚਰਨਜੀਤ ਸਿੰਘ ਚੰਨੀ ਉਹ ਸਿਆਣਾ ਡਰਾਈਵਰ ਆ ਜਿਹਨੇ ਬੱਸਾਂ ਨਵੀਆਂ ਲੈਣ ਤੋਂ ਪਹਿਲਾਂ ਫੈਸਲੇ ਕੀਤੇ, ਕਿਉਂਕਿ ਬੱਸ 'ਚ ਤਾਂ ਅਸੀਂ ਉਦੋਂ ਹੀ ਸਫ਼ਰ ਕਰਾਣਾ ਵੀਰ ਜਦੋਂ ਬੰਦੇ ਦੇ ਦਿਮਾਗ ਤੇ ਕੋਈ ਟੈਨਸ਼ਨ ਨਾ ਹੋਵੇ। ਪਰ ਬੜੇ ਇਹ ਵੀ ਕਹਿੰਦੇ ਵੀ ਕਾਂਗਰਸ ਦੀ ਬੱਸ ਦੇ ਪਿੱਛੇ ਡਰਾਈਵਰਾਂ ਦਾ ਬੜਾ ਰੌਲਾ ਪੈ ਰਿਹਾ ਹੈਗਾ। ਸਿੱਧੂ ਸਾਹਿਬ ਕਹਿੰਦੇ ਮੈਂ ਬਣਨਾਗਾ, ਚੰਨੀ ਸਾਹਿਬ ਕਹਿੰਦੇ ਮੈਂ ਬਣਨਾ, ਹਜੇ ਤੀਜਾ ਵੀ ਇੱਕ ਕਹਿੰਦੇ ਤਿਆਰ ਹੋਈ ਜਾਂਦਾ। ਬਣਾਉਣਾ ਤਾਂ ਸਵਾਰੀਆਂ ਨੇ ਆ, ਕਿਸੇ ਨੇ ਨਹੀਂ ਬਣਾਉਣਾ, ਬਣਾਉਣਾ ਹਾਈ ਕਮਾਂਡ ਨੇ ਆ। ਮੈਂ ਇੱਕ ਗੱਲ, ਜਿਹੜੀ ਗੱਲ ਮੇਰੀ ਕੰਪਲੀਟ ਹੋ ਜਾਂਦੇ ਹੋ, ਕਿਉਂਕਿ ਹਰੇਕ ਬੰਦੇ ਦੀ ਆਪੋ ਆਪਣੀ ਸੋਚ ਆ ਜੀ। ਅੱਜ ਲੋਕਾਂ ਦੇ ਵਿੱਚ ਚੰਨੀ ਸਾਹਿਬ ਨੂੰ ਡਰਾਈਵਰ ਕਿਉਂ ਕਿਹਾ ਜਾਂਦਾ ਹੈ ਕਿ ਉਹ ਸਰਕਾਰ ਚਲਾਉਣਗੇ? ਉਹ ਇਸ ਕਰਕੇ ਕਿਹਾ ਜਾਂਦਾ ਕਿ ਸਿਆਣੇ ਡਰਾਈਵਰ ਨੂੰ ਪਤਾ ਹੁੰਦਾ ਕਿ ਉਹਦਾ ਰੂਟ ਜਿਹੜਾ ਹੈ ਉਹ ਬਣਿਆ ਹੁੰਦਾ ਆਲਰੇਡੀ, ਕਿ ਮੈਂ ਕਿਹੜੇ ਅੱਡੇ ਤੇ ਕਿੰਨਾ ਟਾਈਮ ਖੜਨਾ, ਮੈਂ ਕਿਹੜੇ ਅੱਡੇ ਤੇ ਕਿੰਨਾ, ਔਰ ਸਵਾਰੀ ਨੂੰ ਮੈਂ ਕਿਵੇਂ ਸੇਫ ਜਗ੍ਹਾ ਤੇ ਉਹਦੀ ਮੰਜ਼ਿਲ ਤੇ ਪਹੁੰਚਾਉਣਾ। ਔਰ ਚੰਨੀ ਸਾਹਿਬ ਦੀ ਜਿਹੜੀ ਰੂਟ ਪਲਾਨ ਆ ਉਹ ਪਹਿਲਾਂ ਬਣਿਆ, ਔਰ ਉਹਦੇ ਵਿੱਚ ਜਿਹੜਾ ਰੂਟ ਬਣਿਆ ਸੀਗਾ ਉਹਦੇ ਵਿੱਚ ਚੰਨੀ ਸਾਹਿਬ ਨੇ ਸਭ ਤੋਂ ਪਹਿਲਾਂ ਲੋਕਾਂ ਬਾਰੇ ਸੋਚਿਆ। ਨਵੀਆਂ ਬੱਸਾਂ 'ਚ ਤਾਂ ਲੋਕ ਤਾਂ ਹੀ ਸਫ਼ਰ ਕਰਨਗੇ ਨਾ ਕਿ ਜੇ ਉਹਨਾਂ ਦੇ ਦਿਮਾਗ ਤੇ ਬੋਝ ਕੋਈ ਨਾ ਹੋਊ। ਔਰ ਸਭ ਤੋਂ ਪਹਿਲਾਂ ਲੋਕਾਂ ਦੇ ਦਿਮਾਗ ਦਾ ਜਿਹੜਾ ਬੋਝ ਸੀ, ਜਿਹੜੇ 50-50 ਹਜ਼ਾਰ ਦੇ ਬਿੱਲ ਸੀ, ਲੱਖ ਰੁਪਏ ਦੇ ਜਿਹੜੇ ਬਿੱਲ ਸੀ ਬਿਜਲੀ ਦੇ, ਸਭ ਤੋਂ ਪਹਿਲਾਂ ਬਿਜਲੀ ਦੇ ਬਿੱਲ ਮਾਫ ਕੀਤੇ। ਅੱਜ ਲੋਕਾਂ 'ਚ ਖੁਸ਼ੀ ਹੈ। ਉਸ ਤੋਂ ਬਾਅਦ ਸਾਡੀ ਬੱਸ ਦੇ ਵਿੱਚ ਔਰਤਾਂ ਦਾ ਮਾਣ ਤੇ ਸਨਮਾਨ ਆ। ਔਰ ਉਹ ਮਾਣ ਤੇ ਸਨਮਾਨ ਕਿਵੇਂ ਦਿੱਤਾ? ਉਹਨਾਂ ਦਾ ਕਿਰਾਇਆ ਮਾਫ ਕਰਕੇ। ਅੱਗੇ ਮੈਂ ਕੱਲ੍ਹ ਇੱਕ ਪਿੰਡ ਆ ਕਿਲੀ ਗੁੱਦਾ, ਮੈਂ ਉੱਥੇ ਗਿਆ ਤੇ ਇੱਕ ਭੈਣ ਮੇਰੀ ਉੱਠੀ, ਕਹਿੰਦੀ ਅਸੀਂ ਤਾਂ ਚੰਨੀ ਸਾਹਿਬ ਦਾ ਦੇਣ ਨਹੀਂ ਦੇ ਸਕਦੇ। ਕਹਿੰਦੀ ਥੋੜ੍ਹਾ ਚਿਰ ਪਹਿਲਾਂ ਦੀ ਗੱਲ ਆ, ਅੱਜ ਤੋਂ ਸਾਲ ਪਹਿਲਾਂ ਦੀ, ਕਹਿੰਦੀ ਮੇਰੇ ਭਤੀਜੇ ਦਾ ਵਿਆਹ, ਤੇ ਮੈਂ ਆਪਦੇ ਘਰ ਵਾਲੇ ਨੂੰ ਕਿਹਾ ਕਿ ਮੈਂ ਜਾਣਾ ਹੈ। ਕਹਿੰਦਾ ਤੂੰ ਛੱਡ, 100 ਰੁਪਈਆ ਕਿਰਾਇਆ ਜਾਣ ਦਾ ਲੱਗਣਾ, 100 ਆਉਣ ਦਾ ਲੱਗਣਾ, ਤੇ ਇੰਜ ਕਰ ਵਿਆਹ ਤੇ ਮੈਂ ਜਾ ਆਉਣਾ, ਮੈਂ ਸ਼ਗਨ ਦੇ ਆਊਂਗਾ ਤੇ ਮੈਂ ਕਹਿ ਦੂੰਗਾ ਕਿ ਭਾਈ ਤੂੰ ਠੀਕ ਨਹੀਂ ਹੈਗੀ। ਕਹਿੰਦੀ ਗਰੀਬ ਬੰਦਿਆਂ ਜੀ ਕਿਰਾਇਆ ਵੀ ਹੈ ਨਹੀਂ। ਕਹਿੰਦੀ ਹੁਣ ਜਦੋਂ ਦਾ ਚੰਨੀ ਸਾਹਿਬ ਨੇ ਕਿਰਾਇਆ ਮਾਫ ਕੀਤਾ ਉਦੋਂ ਤੋਂ ਕਹਿੰਦੀ ਹੁਣ ਆਪੇ ਸੋਨੂ ਦਾ ਡੈਡੀ ਕਹਿੰਦਾ ਕਿ ਐਂ ਕਰ ਕਿ ਸੋਨੂ ਦੀ ਮੰਮੀ ਹੁਣ ਤੂੰ ਹੀ ਜਾਇਆ ਤੇ ਮੈਂ ਘਰੇ ਰਹਿੰਦਾ ਵਾਂ। ਮੱਕੀ ਇਹਨਾਂ ਚੀਜ਼ਾਂ ਦਾ ਲੋਕਾਂ ਦੇ ਵਿੱਚ ਜਿਹੜੇ ਹੈ, ਕਿਉਂਕਿ ਚੰਨੀ ਸਾਹਿਬ ਦੇ ਜਿਹੜੇ ਕੀਤੇ ਹੋਏ ਕੰਮ ਆ ਉਹ ਬੋਲਦੇ ਪਏ ਆ। ਔਰ ਅੱਜ ਲੋਕ ਇਹ ਚਰਚਾ ਜ਼ਰੂਰ ਕਰਦੇ ਨੇ, ਉਹ ਕਹਿੰਦੇ ਜਦੋਂ ਬਾਦਲਾਂ ਦਾ ਰਾਜ ਸੀ ਉਦੋਂ 250 ਰੁਪਈਆ ਪੈਨਸ਼ਨ ਸੀ, ਅੱਜ 1500 ਰੁਪਈਆ ਪੈਨਸ਼ਨ। ਪਿੰਡ ਪਿੰਡ ਜਾਂਦੇ ਉਹਨਾਂ ਨੂੰ ਕਹਿੰਦੇ ਤੁਹਾਡਾ ਕਰਜ਼ਾ ਮਾਫ ਹੋਇਆ? ਉਹ ਕਹਿੰਦੇ ਬਿਲਕੁਲ ਹੋਇਆ। ਮੇਰੇ ਜੀਰੇ ਏਰੀਏ ਦੇ ਵਿੱਚ 50 ਕਰੋੜ ਰੁਪਈਆ ਜਿਹੜਾ ਹੈ ਜੀਰੇ ਹਲਕੇ ਦਾ ਜਿਹੜਾ ਹੈ ਉਹ ਜਿਹੜਾ ਕੋਆਪਰੇਟਿਵ ਬੈਂਕਾਂ ਦਾ, ਸੁਸਾਇਟੀਆਂ ਦਾ ਕਰਜ਼ਾ ਮਾਫ ਹੋਇਆ। ਔਰ ਸਗਨ ਸਕੀਮ ਦੀ ਗੱਲ ਕਰ ਲਈਏ, 5100 ਸੀ, ਅੱਜ 51000 ਰੁਪਈਆ। ਮੌਕੇ ਇਹੋ ਜਿਹੀਆਂ ਸਹੂਲਤਾਂ ਵੇਖ ਕੇ ਲੋਕ ਬੱਸ ਦੇ ਵਿੱਚ ਚੜ੍ਹਦੇ ਪੈ ਰਹੇ। ਔਰ ਸਭ ਤੋਂ ਵੱਡੀ ਗੱਲ ਜਿਹੜੀ ਆ ਕਿ ਜੀਰੇ ਹਲਕੇ ਦੇ 3 ਕਨੈਕਟਰ ਨੇ, ਤੇ ਤਿੰਨਾਂ 'ਚੋਂ ਜੇ ਮੈਂ ਕਹਾਂ ਲੋਕਾਂ ਨੂੰ ਪਤਾ ਕਿ ਜੇ ਫੁਰਤੀ ਵਾਲਾ ਹੈ ਤੇ ਉਹ ਜੀਰਾ ਹੀ ਹੈ। ਮੈਨੂੰ ਤਾਂ ਕੋਈ ਕਹੂਗਾ ਕਿ ਕਣਕ ਦੀ ਬੋਰੀ ਜਿਹੜੀ ਉਹ ਛੱਤ ਤੇ ਰੱਖਿਆ, ਮੈਂ ਤਾਂ 5 ਮਿੰਟਾਂ 'ਚ ਰੱਖ ਕੇ ਤੇ ਫਿਰ ਥੱਲੇ ਬਾਰੀ 'ਚ ਖੜ ਜਾਊਂਗੀ, ਚਲੋ ਪਈ ਸਵਾਰੀ ਨੂੰ ਅੰਦਰ ਭਾਵਾਂ। ਤੇ ਜਿਹੜੇ ਦੂਜੇ ਦੋਵੇਂ ਆ, ਇਹਨਾਂ ਤੋਂ ਤਾਂ ਜਿਹੜੀ ਪਿਛਲੀ ਬਾਰੀ ਦੇ ਮਗਰ ਪੌੜੀ ਲੱਗੀ ਹੁੰਦੀ ਆ ਜਿਹੜੀ ਛੱਤ ਤੇ ਜਾਣ ਲਈ, ਇਹਨਾਂ ਤੋਂ ਤਾਂ ਉਹ ਵੀ ਨਹੀਂ ਖੁੱਲਣੀਗੀ।
ਔਰ ਮੈਂ ਇਹਦੇ ਨਾਲ ਸਾਡੀ ਜਿਹੜੀ ਬੱਸ ਆ ਉਹਦੇ ਵਿੱਚ ਲਿਖਿਆ ਹੋਇਆ ਬਕਾਇਦਾ ਕਿ ਜਿਹੜੀ ਸਵਾਰੀ ਆ ਔਰ ਸਮਾਨ ਦੀ ਜ਼ਿੰਮੇਵਾਰੀ ਉਹ ਡਰਾਈਵਰ ਤੇ ਕਨੈਕਟਰ ਦੀ ਹੋਊਗੀ। ਅਸੀਂ ਜ਼ਿੰਮੇਵਾਰੀ ਚੁੱਕਦੇ ਹਾਂ ਔਰ ਜ਼ਿੰਮੇਵਾਰੀ ਚੁੱਕ ਕੇ ਹੀ 111 ਦਿਨਾਂ ਦੇ ਵਿੱਚ ਲੋਕਾਂ ਦੇ ਵਿੱਚ ਰਿਜ਼ਲਟ ਲਿਆਂਦਾ। ਉਸੇ ਰਿਜ਼ਲਟ ਨੂੰ ਵੇਖਦੇ ਆਂ ਹੀ ਅੱਜ ਜਦੋਂ ਮੈਂ ਪਿੰਡ ਜਾਂਦਾ ਹਰ ਇੱਕ ਦੀ ਇੱਕੋ ਹੀ ਡਿਮਾਂਡ ਆ। ਔਰ ਇੱਕ ਮੈਂ ਪਿਛਿਓਂ ਪੜ੍ਹੀ ਗਿਆ, ਸਾਡੇ ਆਮ ਆਦਮੀ ਪਾਰਟੀ ਦੇ ਇੱਥੇ ਬਹੁਤ ਪਿਛਲੀ ਵਾਰ ਉਹ ਦੋ ਝਾੜੂ ਫੜ ਕੇ ਹੱਥ ਦੇ ਵਿੱਚ ਨਸੀਬ ਸਿੰਘ ਆ ਉਹ ਤੁਰਿਆ ਫਿਰਦਾ ਸੀ। ਐਕਤੀ ਉਹਨੇ ਪ੍ਰੋਗਰਾਮ ਘਰੇ ਰੱਖਿਆ। ਮੈਂ ਕਿਹਾ ਨਸੀਬ ਸਿੰਘ ਜੀ ਐਡੀ ਕੀ ਹੋ ਗਿਆ ਕਿ ਮੈਂ ਪਿਛਲੀ ਵਾਰ ਤੁਹਾਨੂੰ ਕਹਿੰਦਾ ਰਿਹਾ ਉਦੋਂ ਤੁਸੀਂ ਨਹੀਂ ਆਏ। ਕਹਿੰਦਾ ਮੈਂ ਐਕਤੀ ਤਾਂ ਆ ਕਿ ਲੱਖ ਰੁਪਈਆ ਮੇਰੀ ਸੁਸਾਇਟੀ ਮਾਫ ਹੋਈ ਹੈ ਤੇ 1.5 ਲੱਖ ਰੁਪਈਆ ਮੇਰਾ ਬਿੱਲ ਮਾਫ ਹੋਇਆ। ਉਹਨਾਂ ਦੇ ਘਰੇ ਮੈਨੂੰ ਕੁਝ ਭਰਾ ਮਿਲੇ ਜਿਨ੍ਹਾਂ ਨੇ ਇਹ ਗੱਲ ਕਹੀ। ਮੈਨੂੰ ਕਹਿੰਦੇ ਜੀ ਤੁਹਾਨੂੰ ਪਿੰਡਾਂ 'ਚ ਜਾਣ ਦੀ ਵੀ ਨਹੀਂ ਲੋੜ, ਚੰਨੀ ਸਾਹਿਬ ਦਾ ਅਨਾਉਂਸ ਕਰਾ ਦਿਓ। ਕਹਿੰਦੇ ਨੰਗੇ ਪੈਰੀ ਅਸੀਂ ਪਿੰਡਾਂ 'ਚ ਜਾਵਾਂਗੇ ਕਿ ਲੋਕ ਇੰਨਾ ਜ਼ਿਆਦਾ ਚੰਨੀ ਸਾਹਿਬ ਨੂੰ ਜਿਹੜਾ ਉਹ ਪਿਆਰ ਕਰਦੇ ਆ। ਔਰ ਮੈਂ ਪਾਰਟੀ ਹਾਈ ਕਮਾਂਡ ਨੂੰ ਵੀ ਇਹ ਰਿਕੁਐਸਟ ਕੀਤੀ ਆ ਕਿ ਜਲਦੀ ਤੋਂ ਜਲਦੀ ਜਿਹੜਾ ਕਿ ਚੰਨੀ ਸਾਹਿਬ ਦਾ ਨਾਂ ਜਿਹੜਾ ਅਨਾਉਂਸ ਕੀਤਾ ਜਾਵੇ। ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਕਿ ਮੁੱਖ ਮੰਤਰੀ ਚਿਹਰਾ ਜਿਹੜਾ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਕਿ ਲਿਆਂਦਾ ਜਾਊਗਾ ਪੰਜਾਬ 'ਚ। ਤੁਸੀਂ ਕਹਿ ਰਹੇ ਹੋ ਵੀ ਸਵਾਰੀਆਂ ਨੇ ਡਰਾਈਵਰ ਚੁਣਨੇ ਆ, ਪਰ ਕਈ ਵਾਰੀ ਜਿਹੜਾ ਡਰਾਈਵਰ ਦੀ ਝਾਕ ਦੇ ਵਿੱਚ ਹੁੰਦਾ ਉਹ ਲਾਲਚ ਵੀ ਦੇ ਦਿੰਦੇ ਵੀ ਤੁਹਾਨੂੰ ਵੈਲਵੋ ਬੱਸਾਂ ਪਵਾ ਦਾਂਗੇ। ਜੇ ਤੁਹਾਨੂੰ ਕਿਸੇ ਨੇ ਲਾਲਚ ਦਿੱਤਾ ਵੀ ਮੰਤਰੀ ਬਣਾ ਦਾਂਗੇ, ਕਹਿੰਦੇ ਮੰਤਰੀ ਬਣਨ ਨੂੰ ਵੀ ਫਿਰਦੇ ਹੋ ਤੁਸੀਂ ਮੇਰੀ ਗੱਲ ਨਹੀਂ ਸਮਝੇ। ਮੈਂ ਤਾਂ ਮੁੱਖ ਮੰਤਰੀ ਰਿਹਾ ਯਾਰ 111 ਦਿਨ, ਮੈਂ ਡਿਪਟੀ ਸੀਐਮ ਰਿਹਾ, ਮੈਂ ਮੰਤਰੀ ਬਣ ਕੇ ਕੀ ਲੈਣਾ। ਮੈਂ ਤਾਂ ਇਲਾਕੇ ਦੀ ਸੇਵਾ ਕਰਨੀ ਹੈ। ਜੇ ਤਾਂ ਮੇਰਾ ਬਾਪੂ ਜੀ ਆਉਂਦਾ ਹੁੰਦਾ, ਅੱਜ ਜਿੰਨਾ ਘਾਟਾ ਸਾਡੇ ਜੀਰੇ ਹਲਕੇ ਨੂੰ ਪਿਆ, ਅੱਜ ਮੈਨੂੰ ਪਤਾ ਹੈ ਅੱਗੇ ਉਹ ਮਖੂ ਸਾਂਭਦੇ ਸੀ, ਮੈਂ ਜੀਰਾ ਸਾਂਭਦਾ ਸੀ। ਅੱਜ ਮੈਂ ਸਵੇਰੇ 5 ਵਜੇ ਤੋਂ ਨਿਕਲ ਜਾਂਦਾ, ਰਾਤੀ ਮੈਂ 3 ਵਜੇ ਆਉਂਦਾ ਵਾਂ। ਔਰ ਗੱਲ ਇਹ ਆ ਕਿ ਜੀਰਾ ਸਾਹਿਬ ਦੇ ਜਾਣ ਨਾਲ ਜੋ ਘਾਟਾ ਪਿਆ ਉਹ ਪੂਰਾ ਨਹੀਂ ਹੋਣਾ, ਪਰ ਲੋਕ ਬਹੁਤ ਪਿਆਰ ਤੇ ਸਤਿਕਾਰ ਦੇ ਰਹੇ ਨੇ। ਜੇ ਕੋਈ ਮੇਰੇ ਤੋਂ 5 ਸਾਲਾਂ 'ਚ ਗਲਤੀ ਹੋਈ ਹੈ, ਮੈਂ ਜੇ ਉਹਦੀ ਮਾफ़ੀ ਵੀ ਕਹਿਣਾ ਕਿ ਮੈਨੂੰ ਮਾफ़ੀ ਦੇ ਦਿਓ, ਉਹ ਕਹਿੰਦੇ ਕਿ ਤੈਨੂੰ ਮਾफ़ੀ ਮੰਗਣ ਦੀ ਲੋੜ ਨਹੀਂ, ਤੂੰ ਸਾਡਾ ਪੁੱਤਰ ਹੈ। ਔਰ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅੱਜ ਤੇਰਾ ਬਾਪ ਤੇਰੇ ਸਿਰ ਤੇ ਹੈ ਨਹੀਂਗਾ, ਅਸੀਂ ਤੇਰੇ ਤੇ ਜਿਹੜਾ ਕਿ ਆਸ਼ੀਰਵਾਦ ਰੱਖਾਂਗੇ। ਔਰ ਅਸੀਂ ਆਪ ਖੁਦ ਜਿਹੜਾ ਤੇਰਾ ਇਲੈਕਸ਼ਨ ਲੜਾਂਗੇ। ਤੇਰਾ ਇਲੈਕਸ਼ਨ ਨਹੀਂ, ਸਾਡਾ ਆਪਦਾ ਇਲੈਕਸ਼ਨ ਹੈ। ਔਰ ਜਦੋਂ ਲੋਕ ਇੰਨਾ ਜ਼ਿਆਦਾ ਪਿਆਰ ਦੇਣ ਉਦੋਂ ਆਪਣੇ ਆਪ ਹੀ ਰਿਜ਼ਲਟ ਜਿਹੜਾ ਹੈ ਉਹ ਵੋਟਾਂ ਤੋਂ ਪਹਿਲਾਂ ਹੀ ਆ ਜਾਂਦਾ। ਪਰ ਵਿਰੋਧੀ ਤਾਂ ਇਹ ਵੀ ਕਹਿੰਦੇ ਵੀ 111 ਦਿਨ ਕੁਲਵੀਰ ਸਿੰਘ ਜੀਰੇ ਨੇ ਜੀਰੇ ਹਲਕੇ ਦੇ ਵਿੱਚ ਮਾਣਾਈਆਂ ਹੀ ਕੀਤੀਆਂ ਗਈਆਂ, ਧੱਕੇਸ਼ਾਹੀ ਬੜੀ ਕੀਤੀ ਹੈ। ਜੇ ਕੁਲਵੀਰ ਸਿੰਘ ਜੀਰੇ ਨੇ ਮਾਣਾਈਆਂ ਕੀਤੀਆਂ ਹੁੰਦੀਆਂ 5 ਸਾਲਾਂ 'ਚ, ਅੱਜ ਮੈਨੂੰ ਪਿੰਡਾਂ 'ਚ ਨਾ ਕੋਈ ਵੜਨ ਦਿੰਦਾ। ਅੱਜ ਮੈਂ ਪਿੰਡ ਜਾਂਦਾ, ਮਾਣਾਈਆਂ ਇਹ ਕੀਤੀਆਂ ਨੇ ਕਿ ਵਿਕਾਸ ਕਰਾਇਆ। ਮੈਂ ਕੋਈ ਵਿਤਕਰਾ ਨਹੀਂ ਕਿਸੇ ਨਾਲ ਕੀਤਾ। ਅੱਜ ਤੁਸੀਂ ਜਿਨ੍ਹਾਂ ਦੇ ਘਰਾਂ ਤੇ ਤੱਕੜੀ ਜਾਂ ਝਾੜੂ ਵੀ ਲੱਗਾ ਵੇਖੋਗੇ ਨਾ, ਉਹਨਾਂ ਦੇ ਘਰ ਨੂੰ ਜਾਣ ਵਾਲਾ ਰਾਹ ਜਿਹੜਾ ਉਹ ਕੁਲਵੀਰ ਸਿੰਘ ਜੀਰੇ ਦਾ ਤੇ ਕਾਂਗਰਸ ਸਰਕਾਰ ਦੇ ਦਿੱਤੇ ਹੋਏ ਨੇ। ਮੈਂ 1200 ਕਰੋੜ ਰੁਪਈਆ ਇੱਥੋਂ ਲਈ ਲੈ ਕੇ ਆਇਆ। ਔਰ ਚੰਨੀ ਸਾਹਿਬ ਦਾ ਧੰਨਵਾਦ ਕਰਦਾ। ਬਾਦਲ ਸਾਹਿਬ ਜਦੋਂ ਸੰਗਤ ਦਰਸ਼ਨ ਤੇ ਆਏ ਸੀ ਸਾਡੇ 1 ਕਰੋੜ ਰੁਪਈਆ ਦੇ ਕੇ ਗਏ ਸੀ। 1 ਕਰੋੜ ਨੂੰ ਤੁਸੀਂ ਆਪੇ ਵੇਖ ਲਓ ਕਿ 1 ਕਰੋੜ ਕਿਵੇਂ ਵੰਡਿਆ ਜਾ ਸਕਦਾ। 234 ਪਿੰਡ ਨੇ, 3 ਸ਼ਹਿਰ ਨੇ, 30 40 ਹਜ਼ਾਰ ਵੀ ਨਹੀਂ ਆਉਂਦਾ। ਲੋਕਾਂ ਨੂੰ ਬੇਵਕੂਫ ਬਣਾਉਣ ਦਾ ਕੰਮ ਕੀਤਾ। ਔਰ ਐਕਤੀ ਚੰਨੀ ਸਾਹਿਬ ਰੈਲੀ ਤੇ ਆਏ ਔਰ ਲੋਕ ਵੀ ਮੰਨ ਗਏ ਕਿ ਠੀਕ ਆ ਬਈ, ਕਿ ਵਾਕਈ ਜਿਵੇਂ ਤੁਸੀਂ ਕਹਿੰਦੇ ਚੜ੍ਹਾਈ ਆ ਜੀਰੇ ਵਾਲਿਆਂ ਦੀ। ਮੈਂ ਕਿਹਾ ਮੈਨੂੰ ਕਹਿੰਦੇ ਕੀ ਚਾਹੀਦਾ। ਮੈਂ ਕਿਹਾ ਜੀ ਜੀਰਾ ਸਾਹਿਬ ਦਾ ਇੱਕ ਸੁਪਨਾ ਹੈ। ਸਾਡੇ ਜਦੋਂ ਜੀਰਾ ਸਾਹਿਬ ਮੰਤਰੀ ਸੀ ਉਦੋਂ ਉਹਨਾਂ ਨੇ ਹਸਪੀਟਲ ਬਣਾਇਆ ਸੀ 50 ਬੈੱਡ ਦਾ ਜੀਰੇ। ਹੁਣ ਹਸਪੀਟਲ ਦੀ ਹਾਲਤ ਜਿਹੜੀ ਉਹ ਬਹੁਤ ਖਸਤਾ ਸੀ। ਉਹਦੇ ਲਈ ਉਹਦੀ ਮੁਰੰਮਤ ਲਈ 1 ਕਰੋੜ ਰੁਪਈਆ ਦਿੱਤਾ। ਔਰ 100 ਬੈੱਡ ਦਾ ਜਿਹੜਾ ਹਸਪੀਟਲ ਆ ਜੋ ਕਿ 50 ਕਰੋੜ ਰੁਪਈਏ ਦੀ ਲਾਗਤ ਨਾਲ ਬਣਨਾ, ਜੋ ਬਿਜਲੀ ਘਰ ਦੇ ਸਾਹਮਣੇ ਉਹਦਾ ਨੀਂਹ ਪੱਥਰ ਵੀ ਜਿਹੜਾ ਉਹ ਚੰਨੀ ਸਾਹਿਬ ਰੱਖ ਕੇ ਗਏ। ਸਾਡੇ ਇੱਥੇ ਕਚਹਿਰੀਆਂ ਹੁੰਦੀਆਂ ਸੀ ਅਕਾਲੀ ਦਲ ਵੇਲੇ, ਉਹ ਅਕਾਲੀ ਲੀਡਰਾਂ ਨੇ ਆਪਦੀ ਜ਼ਮੀਨ ਦਾ ਰੇਟ ਵਧਾਉਣ ਲਈ ਕਚਹਿਰੀਆਂ 4 ਕਿਲੋਮੀਟਰ ਬਾਹਰ ਲੈ ਗਏ। ਔਰ ਉਹ ਕਚਹਿਰੀਆਂ ਜਿਹੜੀਆਂ 4 ਕਿਲੋਮੀਟਰ ਬਾਹਰ ਲੈ ਗਏ, ਉਦੋਂ ਦਾ ਇੱਕ ਸ਼ਹਿਰ ਵਾਲਿਆਂ ਨਾਲ ਸਾਡਾ ਸੁਪਨਾ ਸੀ ਔਰ ਵਾਅਦਾ ਕੀਤਾ ਸੀ ਮੇਰੇ ਪਿਤਾ ਜੀ ਨੇ, ਸਰਦਾਰ ਇੰਦਰਜੀਤ ਸਿੰਘ ਜੀਰਾ ਸਾਹਿਬ ਨੇ, ਕਿ ਜਦੋਂ ਤਾਕਤ ਆਈ ਅਸੀਂ ਕਚਹਿਰੀਆਂ ਵਾਪਸ ਲਿਆਵਾਂਗੇ। 12.5 ਕਰੋੜ ਰੁਪਈਆ ਜਿਹੜਾ ਉਹਨਾਂ ਕਚਹਿਰੀਆਂ ਦਾ ਮਨਜ਼ੂਰ ਹੋ ਗਿਆ। ਔਰ ਪੁਰਾਣੀ ਜਗ੍ਹਾ ਤੇ ਉਹ ਪ੍ਰਬੰਧਕੀ ਕੰਪਲੈਕਸ ਜਿਹੜਾ ਉਹ ਬਣੇਗਾ, ਜਿਹਦੇ ਵਿੱਚ ਐਸਟੀਐਮ ਤੇ ਹੋਰ ਜਿਹੜੇ ਅਫਸਰ ਨੇ ਜਿਹੜੇ ਉੱਥੇ ਬੈਠਿਆ ਕਰਨਗੇ। ਔਰ ਲੋਕਾਂ ਨੂੰ ਜਿਹੜਾ 4 ਕਿਲੋਮੀਟਰ ਜਾਣ ਦੀ ਲੋੜ ਨਹੀਂ ਇੱਥੇ। ਔਰ ਦੂਜੀ ਗੱਲ, ਸਾਡੇ ਜੀਰੇ ਬੱਸ ਸਟੈਂਡ ਦੇ ਜੋ ਹਾਲਾਤ ਸੀ ਉਹ ਮਾੜੇ ਸੀ, ਉਹਦੇ ਲਈ 63 ਲੱਖ ਰੁਪਈਆ ਰਾਜਾ ਵੜਿੰਗ ਜੀ ਨੇ ਦਿੱਤਾ। ਔਰ ਇਹਦੇ ਨਾਲ ਸਾਡਾ ਮਖੂ ਇੱਕ ਇਹੋ ਜਿਹਾ ਕਸਬਾ ਹੈ ਕਿ ਜਿੱਥੇ ਤੁਸੀਂ ਇਹ ਵੇਖੋਗੇ ਕਿ ਅਜੇ ਤੱਕ 500 ਬੱਸ ਰੋਜ਼ ਦੀ ਟੱਪਦੀ ਹੈ, ਜਿੱਥੇ ਬੱਸ ਸਟੈਂਡ ਹੀ ਹੈ ਨਹੀਂ, ਜਿੱਥੇ ਖੜਨ ਨੂੰ ਜਗ੍ਹਾ ਹੀ ਹੈ ਨਹੀਂ ਜੀ। ਤੇ ਉੱਥੇ ਸਾਡੇ ਸਤਿਕਾਰਯੋਗ ਰਾਜਾ ਵੜਿੰਗ ਜੀ ਨੇ ਔਰ ਚੰਨੀ ਸਾਹਿਬ ਨੇ ਨੀਂਹ ਪੱਥਰ ਰੱਖਿਆ। ਔਰ 6.25 ਕਰੋੜ ਰੁਪਈਏ ਦੀ ਲਾਗਤ ਦੇ ਨਾਲ ਉਹਦਾ ਟੈਂਡਰ ਹੋ ਗਿਆ ਔਰ ਉਹਦਾ ਕੰਮ ਜਿਹੜਾ ਉਹਦਾ ਸ਼ੁਰੂ ਹੈ। ਔਰ ਸਾਡੇ ਮਖੂ ਦੇ ਵਿੱਚ +2 ਤੋਂ ਬਾਅਦ ਕੋਈ ਬੱਚਿਆਂ ਦੀ ਲਈ ਨਹੀਂ, ਕਿਉਂਕਿ ਉਧਰ ਦਰਿਆ ਏਰੀਆ, ਔਰ ਦਰਿਆ ਏਰੀਏ ਤੇ ਜੇ ਸਾਡੇ ਬੱਚੇ ਪੜ੍ਹਨਗੇ ਨਹੀਂ ਤੇ ਤਰੱਕੀ ਕਿਵੇਂ ਕਰੂਗਾ ਸਾਡਾ ਜੀਰਾ ਹਲਕਾ। ਇਸ ਕਰਕੇ ਉੱਥੇ ਜਿਹੜਾ 12 ਕਰੋੜ ਦੀ ਲਾਗਤ ਦੇ ਨਾਲ 5 ਕਿੱਲੇ ਜਿਹੜੀ ਜ਼ਮੀਨ ਦਿੱਤੀ ਆ ਕਮੇਟੀ ਨੇ, ਉਸ ਜਗ੍ਹਾ ਤੇ ਜਿਹੜਾ ਨੀਂਹ ਪੱਥਰ ਜਿਹੜਾ ਉਹ ਚੰਨੀ ਸਾਹਿਬ ਰੱਖ ਕੇ ਗਏ ਆ।
ਔਰ ਉੱਥੇ ITI ਜਿਹੜੀ ਆ ਉਹ ਜੀਰਾ ਸਾਹਿਬ ਦੇ ਯਾਦਗਾਰ ਦੇ ਵਿੱਚ ਜਿਹੜੀ ਆ ਉੱਥੇ ਬਣੇਗੀ। ਸਭ ਤੋਂ ਵੱਡੀ ਗੱਲ ਜਿਹੜੀ ਵੇਖਣ ਵਾਲੀ ਹੈ ਕਿ ਜਿਹੜੀ ਮੈਂ ਤੁਹਾਨੂੰ ਅੱਗੇ ਗੰਦੇ ਨਾਲੇ ਦੀ ਗੱਲ ਕੀਤੀ, ਜੋ ਕਿ ਸਾਡੇ ਸ਼ਹਿਰ ਦੇ ਵਿੱਚ ਜਿੰਦੇ ਕਰਕੇ ਬਿਮਾਰੀਆਂ ਫੈਲਦੀਆਂ ਸੀ ਔਰ ਲੋਕਾਂ ਦੀ ਮੰਗ ਸੀ ਉਸ ਲੰਮੇ ਸਮੇਂ ਤੋਂ ਕਿ ਉਹ ਜਿਹੜਾ ਨਾਲਾ ਹੈ ਉਹਨੂੰ ਪੱਕਾ ਹੋਣਾ ਚਾਹੀਦਾ। ਉਹਦੇ ਲਈ ਚੰਨੀ ਸਾਹਿਬ ਨੇ 7 ਕਰੋੜ ਰੁਪਈਆ ਭੇਜਤਾ। ਉਹਦਾ ਟੈਂਡਰ ਨਹੀਂ ਅਜੇ ਲੱਗਾ ਪਰ ਪੈਸੇ ਉਹਦੇ ਆ ਗਏ ਨੇ ਔਰ ਉੱਥੇ 12 ਫੁੱਟ ਦੀ ਸੜਕ ਸੀ, ਉਹ ਸੜਕ 20 ਫੁੱਟ ਕਰਤੀ ਹੈ ਤਾਂ ਕਿ ਸੈਰਗਾਹ ਜਿਹੜੀ ਉੱਥੇ ਇੱਕ ਵਧੀਆ ਬਣ ਸਕੇ। ਔਰ ਇਹਦੇ ਨਾਲ ਨਾਲ ਜਿਹੜੇ ਸਾਡੇ ਜੀਰੇ ਜਿਹੜੇ ਅਸੀਂ ਕਹਿੰਦੇ ਕਿ ਅਸੀਂ ਆਪਦੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨਾ, ਅਸੀਂ ਪਿੰਡਾਂ 'ਚ ਪਾਰਕ ਤਾਂ ਬਣਾਤੇ, ਸਟੇਡੀਅਮ ਵੀ ਬਣਾਤੇ, ਪਰ ਜਿਹੜਾ ਸਾਡੇ ਕੋਲ 400 ਮੀਟਰ ਦਾ ਟਰੈਕ ਜਿਹੜਾ ਉਹ ਕਿਤੇ ਵੀ ਹੈ ਨਹੀਂ ਸੀਗਾ। ਉਹਦੇ ਲਈ ਜੀਰੇ ਜਿਹੜਾ ਜੀਵਨਮਲ ਸਕੂਲ ਆ ਉਹਦੇ ਲਈ ਵੀ ਚੰਨੀ ਸਾਹਿਬ ਨੇ 1 ਕਰੋੜ ਰੁਪਈਆ ਭੇਜਿਆ। ਜੀਰਾ ਸਾਹਿਬ ਜਿੰਨੇ ਵੀ ਮੈਨੂੰ ਕੰਪਲੀਟ ਕਰ ਲੈਂਦੇ, ਮੈਂ ਕੰਪਲੀਟ ਕਰ ਲਿਆ। ਬਾਦਲ ਸਾਹਿਬ ਹਰੇਕ ਵਾਰੀ ਸਾਡੇ ਸ਼ਹੀਦ ਸ਼ਾਮ ਸਿੰਘ ਅਟਾਰੀ ਦਾ ਇੱਥੇ ਸਥਾਨ ਆ ਜੀ, ਫਤਿਹਗੜ੍ਹ ਸਭਰਾ। ਬਾਦਲ ਸਾਹਿਬ ਹਰੇਕ ਸਾਲ ਮੇਲਾ ਹੁੰਦਾ, ਹੁਣ ਵੀ 10 ਫਰਵਰੀ ਨੂੰ ਮੇਲਾ ਹੈ ਔਰ ਜਦੋਂ ਵੀ ਬਾਦਲ ਸਾਹਿਬ ਆਉਂਦੇ ਸੀ ਉਦੋਂ ਕਹਿ ਕੇ ਜਾਂਦੇ ਸੀਗੇ ਕਿ ਮੈਂ ਸ਼ਹੀਦ ਸ਼ਾਮ ਸਿੰਘ ਅਟਾਰੀ ਜੀ ਦੀ ਯਾਦਗਾਰ ਬਣਾਵਾਂਗਾ, ਮੈਂ ਬੋਤਲ ਲਾਵਾਂਗਾ, ਮੈਂ ਇੰਨੇ ਪੈਸੇ ਦੇ ਚੱਲਿਆ, ਮੈਂ ਇੰਨੇ ਪੈਸੇ ਦੇ ਚੱਲਿਆ। ਪਿੰਡ ਵਾਲਿਆਂ ਨੂੰ ਪੁੱਛਿਆ ਜੇ 1 ਰੁਪਈਆ ਨਹੀਂ ਦਿੱਤਾ। ਪਹਿਲਾਂ 70 ਲੱਖ ਰੁਪਈਆ ਮੈਂ ਪਿੰਡ ਲਈ ਲੈ ਕੇ ਆਇਆ ਇੱਕੋ ਚੈੱਕ, ਔਰ ਹੁਣ ਜਿਹੜਾ ਚੰਨੀ ਸਾਹਿਬ ਨੇ ਫਿਰ 35 ਲੱਖ ਰੁਪਈਆ ਯਾਦਗਾਰ ਲਈ ਜੀ ਔਰ 20 ਲੱਖ ਰੁਪਈਆ ਜਿਹੜਾ ਪਿੰਡ ਲਈ 55 ਲੱਖ ਰੁਪਈਏ ਦਾ ਜਿਹੜਾ ਚੈੱਕ ਆ ਉਹ ਦਿੱਤਾ। ਔਰ ਇਹਦੇ ਨਾਲ ਨਾਲ ਸਾਡੇ ਮੱਲਾਂ ਵਾਲਾ ਪੈਂਦਾ ਕਿਉਂਕਿ ਮੇਰਾ ਹਲਕਾ ਬਹੁਤ ਵੱਡਾ। ਮੱਲਾਂ ਵਾਲੇ ਦੇ ਲੋਕਾਂ ਨੂੰ ਜੀਰੇ ਰਜਿਸਟਰੀਆਂ ਕਰਾਉਣ ਆਉਣਾ ਪੈਂਦਾ ਸੀ, ਜੀਰੇ ਕਚਹਿਰੀ ਕੰਮ ਆਉਣਾ ਪੈਂਦਾ ਸੀ। ਤਾਂ ਉਸ ਦਿਨ ਮੈਂ ਕਿਹਾ ਚੰਨੀ ਸਾਹਿਬ ਜੇ ਇੱਕ ਹੋਰ ਕਿਰਪਾ ਕਰ ਦਿਓ। ਕਹਿੰਦੇ ਦੱਸੋ। ਮੈਨੂੰ ਕਹਿੰਦੇ ਤੇਰੇ ਲਈ ਤੂੰ ਜੋ ਕਹੇਗਾ ਉਹ ਕਰਾਂਗੇ। ਮੈਂ ਕਿਹਾ ਜੀ ਆਪਾਂ ਨੂੰ ਤਾਂ ਸਿਰਫ ਕੁਛ ਨਹੀਂ, ਮੈਂ ਤਾਂ ਮੱਲਾਂ ਵਾਲਿਆਂ ਲਈ ਇੱਕ ਸਬ ਤਹਿਸੀਲ ਮੰਗਦਾ। ਉਹਦਾ ਵੀ ਕੈਬਨਿਟ 'ਚ ਪਾਸ ਹੋ ਗਈ, ਉਹਦਾ ਨੋਟੀਫਿਕੇਸ਼ਨ ਹੋ ਗਿਆ ਔਰ ਉਹਦੇ ਲਈ 7 ਕਰੋੜ ਰੁਪਈਆ ਜਿਹੜਾ ਬਿਲਡਿੰਗ ਬਣ ਲਈ ਜਿਹੜਾ ਉਹ ਆ ਗਿਆ। ਉਹਦਾ ਟੈਂਡਰ ਜਿਹੜਾ ਕਿ ਉਹ ਲੱਗ ਜੂਗਾ ਚੋਣ ਜ਼ਾਬਤੇ ਤੋਂ ਬਾਅਦ ਔਰ ਉਹਦਾ ਕੰਮ ਸ਼ੁਰੂ ਹੋ ਜੂ। ਨੀਂਹ ਪੱਥਰ ਹੁੰਦਾ ਜਿਹੜਾ ਉਹ ਚੰਨੀ ਸਾਹਿਬ ਰੱਖ ਗਏ ਆ। ਗੱਲ ਇਹ ਆ ਕਿ ਜਦੋਂ ਪਿੰਡਾਂ 'ਚ ਜਾਂਦੇ ਆ, ਮੇਰੇ ਪਿਤਾ ਜੀ ਕਹਿੰਦੇ ਸੀਗੇ, ਕਹਿੰਦੇ ਪਿੰਡਾਂ 'ਚ ਜਾਏਗਾ ਕੰਮ ਬੋਲਣਗੇ। ਅੱਜ ਲੋਕ ਵਿਕਾਸ ਦੇ ਨਾਂ ਤੇ ਕੰਮਾਂ ਦੇ ਨਾਂ ਤੇ ਆ ਤੁਸੀਂ ਹੁਣੇ ਹੀ ਆਏ ਹੋ, ਇਹ ਜਿਹੜਾ ਕਲੌਕ ਟਾਵਰ ਬਣਿਆ ਜੀਰੇ 'ਚ, ਆਮ ਆਦਮੀ ਪਾਰਟੀ ਵਾਲੇ ਪੋਸਟਾਂ ਪਾਉਂਦੇ ਹੁੰਦੇ ਸੀ, ਕਹਿੰਦੇ ਵੀਡੀਓ ਪਾਉਂਦੇ ਹੁੰਦੇ ਸੀ, ਕਹਿੰਦੇ ਯਾਰ ਹਰੇਕ ਦੇ ਗੁੱਟ ਤੇ ਘੜੀ ਹੈ, ਹਰੇਕ ਦੇ ਮੋਬਾਈਲ ਤੇ ਟਾਈਮ ਵੇਖਿਆ ਜਾ ਸਕਦਾ ਹੈ, ਇੰਨੇ ਨਜਾਇਜ਼ ਪੈਸੇ ਲਾਉਣ ਦੀ ਕੀ ਲੋੜ ਸੀ। ਮੈਂ ਆਪਦੇ ਸ਼ਹਿਰ ਨੂੰ ਸੁੰਦਰ ਬਣਾਉਣਾ, ਮੈਂ 2 ਗੇਟ ਬਣਾ ਰਿਹਾ ਵਾਂ, ਮੈਂ ਕਲੌਕ ਟਾਵਰ ਬਣਾਇਆ। ਅੱਜ ਉਹੀ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹੀ ਆਪਦੀ ਫੈਮਿਲੀ ਨੂੰ ਨਾਲ ਜਾ ਕੇ ਸੈਲਫੀਆਂ ਪਾਉਂਦੇ ਨੇ, ਠੀਕ ਹੈ, ਕਿ ਜੀਰਾ ਕਲੌਕ ਟਾਵਰ ਦੀਆਂ। ਕਿਉਂਕਿ ਲੋਕਾਂ ਦੇ ਵਿੱਚ ਹਮੇਸ਼ਾ ਜਿਹੜੀ ਉਹ ਕੰਮਾਂ ਦੀ ਜਿਹੜੀ ਉਹ ਗੱਲ ਜ਼ਰੂਰ ਚੱਲਦੀ। ਤੁਸੀਂ ਕਹਿੰਦੇ ਹੋ ਵੀ ਜੀਰੇ ਦਾ ਕੰਮ ਬੋਲਦਾ ਗਾ ਪਰ ਕਿਤੇ ਨਾ ਕਿਤੇ ਚਿੱਟਾ ਵੀ ਬੋਲਦਾ ਗਾ। ਬਿਲਕੁਲ ਨਹੀਂ। ਜੀਰਾ ਉਹ ਇਨਸਾਨ ਆ ਜਿਹਨੇ ਸਭ ਤੋਂ ਪਹਿਲਾਂ ਲੜਾਈ ਲੜੀ, ਕਿਉਂਕਿ 117 MLA ਤਾਂ ਬਣ ਗਏ ਪਰ ਸੱਚ ਬੋਲਣ ਵਾਲਾ ਨਹੀਂ ਸੀ ਕੋਈ ਹੈਗਾ। ਜੀਰਾ ਹੀ ਸੀ ਜਿਹਨੇ 2017 ਚ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿਹਾ ਸੀ ਸਟੇਜ ਤੋਂ ਕਿ ਆ ਜਿਹੜੀਆਂ ਕਾਲੀਆਂ ਭੇਡਾਂ ਸਟੇਜ ਤੇ ਬੈਠੀਆਂ ਨੇ ਜਿੰਨਾ ਚਿਰ ਇਹਨਾਂ ਨੂੰ ਫੜ ਕੇ ਅੰਦਰ ਨਹੀਂ ਦਿੰਦੇ। ਜੀਰਾ ਅੱਜ ਵੀ 2 ਮੇਰੇ ਬੱਚੇ ਨੇ, ਅੱਜ ਵੀ ਕੋਈ ਬੰਦਾ ਇਹ ਗੱਲ ਕਹਿ ਦੇ ਕਿਤੇ ਚਿੱਟੇ ਵਾਲੇ ਦੀ, ਨਸ਼ੇ ਵਾਲੇ ਦੀ, ਕਿਤੇ ਰੇਤ ਵਾਲੇ ਦੀ ਮਦਦ ਕੀਤੀ ਹੋਵੇ ਤੇ ਜੋ ਤੁਸੀਂ ਕਹੋਗੇ ਮੈਂ ਇਲੈਕਸ਼ਨ ਨਹੀਂ ਲੜਦਾ, ਅੱਜ ਪਿੰਡ ਜਾਂਦਾ, ਕੋਈ ਮੇਰੇ ਤੇ ਉਂਗਲ ਨਹੀਂ ਚੁੱਕ ਸਕਦਾ। ਮੈਂ ਕਿਸੇ ਦੇ ਚਾਹ ਦੇ ਕੱਪ ਦਾ ਰਵਾਂਦਾਰ ਨਹੀਂ। ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਇਹ ਗੱਲ ਕਹਿ ਸਕਦੇ ਹੋ ਵੀ ਕੋਈ ਵੀ ਸਰਕਾਰੀ ਪੈਸਾ ਨਹੀਂ ਖਾਦਾ। ਬਿਲਕੁਲ ਬਿਲਕੁਲ। 1 ਰੁਪਈਆ ਕਿਤੇ ਕਰਦੇ ਹੋ ਸ਼ੋ। ਮੈਂ ਸਰਪੰਚ ਫ੍ਰੀ ਚ ਬਣਾਏ ਨੇ, ਮੈਂ MC ਫ੍ਰੀ ਚ ਬਣਾਏ ਨੇ। ਜੇ ਮੈਂ 20 ਲੱਖ ਰੁਪਈਆ ਲਾ ਕੇ ਬਣਾਏ ਹੁੰਦੇ ਤੇ ਉਹ ਸਰਪੰਚ ਪਹਿਲਾਂ ਆਪਦੀ ਕਮਾਈ ਕਰਦੇ, ਮੈਨੂੰ ਲੋਕਾਂ ਨੇ ਫ੍ਰੀ ਚ ਬਣਾਇਆ। ਇਸ ਕਰਕੇ ਮੈਂ ਕੋਈ ਰਾਜਨੀਤੀ ਦੇ ਵਿੱਚ ਮੈਂ ਕਮਾਈ ਕਰਨ ਨਹੀਂ ਆਇਆ। ਮੈਂ ਰਾਜਨੀਤੀ 'ਚ ਜੀਰੇ ਦਾ ਜਿਹੜਾ ਨਾਂ ਹੈ ਉਹ ਰੌਸ਼ਨ ਕਰਨ ਲਈ ਆਇਆ, ਆਪਦੇ ਪਿਤਾ ਜੀ ਦਾ ਨਾਂ ਰੌਸ਼ਨ ਕਰਨ ਲਈ ਆਇਆ। ਔਰ ਜਿਹੜੀ ਇਹ ਮੇਰੇ ਸਿਰ ਤੇ ਪੱਗ ਆ ਇਹ ਜੀਰੇ ਵਾਲਿਆਂ ਦੀ ਹੈ ਔਰ ਜੀਰੇ ਵਾਲਿਆਂ ਦੀ ਪੱਗ ਨੂੰ ਨਾ ਪਹਿਲਾਂ 5 ਸਾਲ ਦਾਗ ਲੱਗਣ ਦਿੱਤਾ, ਜੇ ਹੁਣ ਸੇਵਾ ਦਾ ਮੌਕਾ ਦੇਣਗੇ ਤਾਂ ਵੀ ਜਿਹੜਾ ਕਿ ਇਸ ਪੱਗ ਨੂੰ ਦਾਗ ਨਹੀਂ ਲੱਗਣ ਦੇਗਾ, ਹਮੇਸ਼ਾ ਪੱਗ ਜਿਹੜੀ ਉੱਚੀ ਕਰਕੇ ਰੱਖਾਂ। ਕੁਲਬੀਰ ਜੀ ਤੁਹਾਡੇ ਬਾਰੇ ਸੁਖਬੀਰ ਸਿੰਘ ਬਾਦਲ ਵੀ ਬੋਲਦੇ ਨੇ, ਬਿਕਰਮ ਸਿੰਘ ਮਜੀਠੀਆ ਵੀ ਬੋਲਦੇ ਨੇ, ਕਿਉਂ ਬੋਲਦੇ ਨੇ? ਜੇ ਤੁਸੀਂ ਕਹਿੰਦੇ ਹੋ ਵੀ ਮੈਂ ਕੰਮ ਕੀਤਾ ਜੀਰੇ ਹਲਕੇ ਦੇ, ਮੈਂ ਇਮਾਨਦਾਰ ਹਾਂ, ਮੈਂ ਆਪਦੀ ਬਾਪੂ ਦੀ ਪੱਗ ਉੱਚੀ ਕਰ ਰਿਹਾ ਗਾ, ਜੀਰੇ ਦੇ ਲੋਕਾਂ ਦਾ ਕੰਮ ਕਾਰ ਕਰ ਰਿਹਾ, ਮਾਣ ਵਧਾ ਰਿਹਾ, ਤੁਹਾਡੇ ਬਾਰੇ ਹੀ ਕਿਉਂ ਬੋਲਦਾ? ਨਾ ਤੁਹਾਡੇ ਕੋਲੇ ਕੋਈ ਕੈਬਨਿਟ ਰੈਂਕ ਆ, ਨਾ ਤੁਹਾਡੇ ਕੋਲੇ ਕੋਈ ਹੋਰ ਉਹਦਾ, ਤੁਸੀਂ ਸਿਰਫ ਇੱਕ MLA ਹੋ ਜੀਰੇ ਦੇ, ਤੁਹਾਡੇ ਬਾਰੇ ਹੀ ਕਿਉਂ ਕੈਂਸੂ ਪ੍ਰੰਤੂ? ਹਮੇਸ਼ਾ ਉਹ ਲੋਕ ਚੁੱਪ ਰਹਿੰਦੇ ਨੇ ਜਿਹੜੇ 2 ਨੰਬਰ ਦਾ ਕੰਮ ਕਰਦੇ ਆ। ਜਿਹਨੇ 2 ਨੰਬਰ ਦਾ ਕੰਮ ਨਹੀਂ ਕਰਨਾ ਉਹ ਸੱਚ ਬੋਲਦਾ। ਮੈਨੂੰ ਪਿੱਛੇ ਜੇ ਜਦੋਂ ਮੈਂ ਸੱਚ ਬੋਲਿਆ ਤਾਂ ਉਦੋਂ ਸੁਖਬੀਰ ਸਿੰਘ ਬਾਦਲ ਨੇ ਇੱਕ ਮੁਕਤਸਰ ਦੇ ਵਿੱਚ ਮਾਘੀ ਮੇਲੇ ਤੇ ਬਿਆਨ ਦਿੱਤਾ ਸੀ ਕਿ ਕੁਲਬੀਰ ਜੀਰਾ ਆਪ ਨਸ਼ੇੜੀ ਹੈ। ਤੇ ਉਸ ਤੋਂ ਬਾਅਦ ਸੁਖਬੀਰ ਬਾਦਲ ਦਾ 15 ਦਿਨਾਂ ਨੂੰ ਜੀਰੇ ਪ੍ਰੋਗਰਾਮ ਸੀ ਜੀ, ਠੀਕ ਹੈ। ਮੈਂ ਉਦੋਂ ਇਹ ਬਿਆਨ ਦਿੱਤਾ ਸੀਗਾ ਕਿ ਮੈਂ ਕਿਹਾ ਸੁਖਬੀਰ ਸਿੰਘ ਬਾਦਲ ਤਿਆਰੀ ਕਰਕੇ ਆਈ, ਮੈਂ ਆਪਦਾ ਡੋਪ ਟੈਸਟ ਕਰਾਵਾਂਗਾ, ਤੂੰ ਆਪਦਾ ਕਰਾਈ। ਸੁਖਬੀਰ ਸਿੰਘ ਬਾਦਲ ਟੀਮ ਆ ਗਈ ਇੱਥੇ ਹੈਲਥ ਦੀ, ਮੈਂ ਆਪਦਾ ਡੋਪ ਟੈਸਟ ਕਰਾਇਆ
ਔਰ ਸੁਖਬੀਰ ਸਿੰਘ ਬਾਦਲ ਜੀਰੇ ਆਣ ਕੇ ਡੋਪ ਟੈਸਟ ਕਰਾਉਣ ਤੋਂ ਭੱਜ ਗਿਆ। ਮੈਨੂੰ ਕੱਲ ਪਰਸੋਂ ਵੀ ਤੁਹਾਡੇ ਇੱਕ ਪੱਤਰਕਾਰ ਵੀਰ ਨੇ ਸਵਾਲ ਕੀਤਾ, ਕਹਿੰਦੇ ਜੀ ਇਹ ਹਰਸਿਮਰਤ ਕਹਿੰਦੀ ਆ ਕਿ ਮੇਰੇ ਭਰਾ ਦੇ ਉੱਤੇ ਜੇ ਕੋਈ ਗੱਲਬਾਤ ਹੋਵੇ ਸਾਡਾ ਕੱਖ ਨਾ ਰਵੇ। ਮੈਂ ਕਿਹਾ ਭਰਾ ਦੀ ਛੱਡੋ, ਪਹਿਲਾਂ ਘਰ ਵਾਲੇ ਦਾ ਡੋਪ ਟੈਸਟ ਕਰਾ ਲਓ, ਜਿਹੜਾ ਜੀਰਿਓਂ ਭੱਜਿਆ ਜਦੋਂ ਉਹਦਾ ਡੋਪ ਟੈਸਟ ਹੋ ਜਾਊਗਾ ਉਦੋਂ ਆਪਣੇ ਆਪ ਹੀ ਪਤਾ ਲੱਗ ਜਾਊਗਾ। ਔਰ ਜੇ ਮੇਰੇ ਤੇ ਕੋਈ ਗੱਲ ਆਉਂਦੀ ਏ ਉਹ ਤਾਂ ਹੀ ਆਉਂਦੀ ਹੈ ਕਿ ਬਾਈ ਮੈਂ ਸੱਚ ਬੋਲਦਾ ਵਾਂ, ਔਰ ਸੱਚ ਜਿਹੜਾ ਹਰ ਇੱਕ ਨੂੰ ਕੌੜਾ ਲੱਗਦਾ। ਔਰ ਸਭ ਤੋਂ ਵੱਡੀ ਗੱਲ ਇਹ ਕਿ ਜੀਰਾ ਹਰ ਇੱਕ ਦੇ ਘਰ 'ਚ ਹੈ। ਜੇ ਮਾੜਾ ਮੋਟਾ ਸਬਜ਼ੀ 'ਚ ਨਾ ਪਵੇ ਸਵਾਦ ਨਹੀਂ ਆਉਂਦਾ, ਤੜਕਾ ਤਾਂ ਜੀਰੇ ਤੋਂ ਬਿਨਾਂ ਲੱਗਦਾ ਹੀ ਨਹੀਂ। ਹਾਂ, ਤੁਹਾਨੂੰ ਨਹੀਂ ਲੱਗਦਾ ਪਿਛਲੇ ਦਿਨੀ ਵੀ ਮੈਂ ਤੁਹਾਡੀ ਇੱਕ ਮੁਲਾਕਾਤ ਸੁਣ ਰਿਹਾ ਸੀ, ਤੁਸੀਂ ਕਹਿ ਰਹੇ ਸੀ ਵੀ ਟਾਵਰ ਚਾਹੇ ਛੋਟਾ ਗਾ ਪਰ ਰੇਂਜ ਹਰ ਕਿਤੇ ਆ, ਹਰ ਇੱਕ ਉਹ ਦੇਸ਼ ਦੇ ਵਿੱਚ ਵੀ ਜੀਰੇ ਦਾ ਟੈਲੀਫੋਨ ਚੱਲਦਾ ਜਿੱਥੇ ਲੋਕਾਂ ਦੀ ਰੇਂਜ ਮੁੱਕ ਜਾਂਦੀ ਆ। ਤੁਹਾਨੂੰ ਕੀ ਲੱਗਦਾ ਜਿਹੜੀ ਆਹ ਚੀਜ਼ ਆ ਧੱਕੇ ਨਾਲ ਕੰਮ ਕਰਾਉਣੇ? ਬਿਲਕੁਲ ਪਿਆਰ ਆ ਜੀਰੇ ਦਾ। ਇਹ ਜਿਹੜੇ 3 ਵਾਰੀ ਮੰਤਰੀ ਰਹਿ ਗਏ, ਜਰਮੇਜਾ ਸਿੰਘ ਸੇਖੋਂ ਵਰਗੇ, ਇਹਨਾਂ ਦੀ ਝਤਰਿਆਂ ਤੋਂ ਗਾਂ ਰੇਂਜ ਟੁੱਟ ਜਾਂਦੀ ਹੈ, ਹਰੀਗਾਂ ਤੋਂ ਗਾਂ ਟੁੱਟ ਜਾਂਦੀ ਹੈ। ਨਰੇਸ਼ ਦੀ ਜਿਹੜੀ ਰੇਂਜ ਆ ਉਹ ਤਾਂ ਮਖੂ 'ਚ ਹੀ ਹੈ ਨਹੀਂ, ਉਹ ਤਾਂ ਮਖੂ ਟੱਪਦੇ ਹੀ ਟੁੱਟ ਜਾਂਦੀ ਹੈ, ਮਖੂ 'ਚ ਵੀ ਨਹੀਂ ਟਾਵਰ ਚੱਲਦਾ ਗਾ। ਔਰ ਆਪਣਾ ਤੇ ਇਹ ਹੈ ਕਿ ਵੀਰੇ ਜਿੱਥੇ ਭਾਸ਼ਾ ਦੇ ਵੀ ਨਾ ਸਮਝ ਆਉਂਦੀ ਹੋਵੇ, ਯੂਥ ਕਾਂਗਰਸ 'ਚ ਕੰਮ ਕੀਤਾ, ਹਰੇਕ ਜਗ੍ਹਾ ਮੇਰੇ ਸਾਥੀ ਬੈਠੇ ਨੇ, ਜਿੱਥੇ ਤੁਸੀਂ ਕਹੋਗੇ ਉੱਥੇ ਹੀ ਟਾਵਰ ਚੱਲਦਾ। ਟਾਵਰ ਜ਼ਰੂਰ ਛੋਟਾ ਪਰ ਰੇਂਜ ਬਹੁਤ ਆ। ਤੁਹਾਨੂੰ ਨਹੀਂ ਲੱਗਦਾ ਵੀ ਐਤਕੀ ਜਿਹੜਾ ਨਵਜੋਤ ਸਿੰਘ ਸਿੱਧੂ ਵਰਸਸ ਵਿਕਰਮ ਮਜੀਠੀਆ ਹੋਣਾ ਚਾਹੀਦਾ ਹੈਗਾ, ਤੁਸੀਂ ਵੀ ਕਿਤੇ ਨਾ ਕਿਤੇ ਚੈਲੰਜ ਕਰ ਦਿਓ ਸੁਖਬੀਰ ਬਾਦਲ ਨੂੰ? ਨਹੀਂ, ਮੈਂ ਪਹਿਲਾਂ ਹੀ ਇਹ ਗੱਲ ਕੀਤੀ ਸੀ ਪਾਰਟੀ ਦੇ ਨਾਲ, ਕਿਉਂਕਿ ਮੈਨੂੰ ਨਹੀਂ ਸੀ ਪਤਾ ਮੇਰੇ ਪਿਤਾ ਜੀ ਏਡੀ ਜਲਦੀ ਇਸ ਦੁਨੀਆ ਤੋਂ ਚਲੇ ਜਾਣਗੇ। ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਮੈਂ ਕਿਹਾ ਕਿ ਜੇ ਜੀਰਾ ਸਾਹਿਬ ਨੂੰ ਜੀਰੇ ਤੋਂ ਟਿਕਟ ਦੇ ਦਿਓ, ਮੈਨੂੰ ਜ਼ਰੂਰ ਲੰਬੀ ਤੋਂ ਟਿਕਟ ਦਿਆ ਜੇ, ਕਿਉਂਕਿ ਲੰਬੀ ਦੇ ਲੋਕ ਜਿਹੜੇ ਆ ਉਹ ਆਪਦੇ ਆਪ ਨੂੰ ਆਜ਼ਾਦ ਨਹੀਂ ਸਮਝਦੇਗੇ, ਉਹ ਆਪਦੇ ਆਪ ਨੂੰ ਬੰਦੀ ਬਣਾ ਕੇ ਬੈਠੇ ਨੇ। ਉਹ ਬੰਦੀਆਂ ਨੂੰ ਮੈਂ ਯਾਦ ਕਰਾਉਣਾ ਚਾਹੁੰਦਾ ਸੀ, ਮੇਰਾ ਬੜਾ ਚਾਅ ਸੀਗਾ, ਪਰ ਪਰਮਾਤਮਾ ਨੇ ਮੇਰੇ ਤੋਂ ਮੇਰਾ ਪਿਓ ਖੋਹ ਲਿਆ। ਵਿਕਰਮ ਮਜੀਠੀਆ ਨਾਲ ਕੋਈ ਪਰਸਨਲ ਰੰਜਿਸ਼ ਆ ਕੁਲਬੀਰ ਜੀ? ਜਦੋਂ ਦੋਨੇ ਬਿਆਨਬਾਜ਼ੀ ਕਰਦੇ ਹੋ, ਉਹ ਵੀ ਇਹ ਕਰਦੇ ਆ, ਤੁਸੀਂ ਵੀ ਕਰਦੇ ਹੋ, ਕੋਈ ਲੱਗਦਾ ਹੈਗਾ ਵੀ ਇਦਾਂ ਕੋਈ ਪਰਸਨਲ ਟਸਲ ਹੋਵੇ? ਇਦਾਂ ਲੱਗਦਾ ਜਿਵੇਂ ਕੋਈ ਵੱਟ ਦਾ ਰੌਲਾ ਹੋਵੇ। ਕੋਈ ਸਾਡਾ ਵੱਟ ਦਾ ਰੌਲਾ ਨਹੀਂ। ਗੱਲ ਤਾਂ ਪੱਗ ਦੀ ਏ। ਅੱਜ ਅਸੀਂ ਆਪਦੀ ਪੱਗ ਨੂੰ ਬਚਾਉਣਾ ਕਿਵੇਂ? ਅੱਜ ਸਾਡੀ ਨੌਜਵਾਨ ਪੀੜ੍ਹੀ ਖਤਮ ਹੁੰਦੀ ਜਾ ਰਹੀ, ਔਰ ਕਿੰਨਾਂ ਦੇ ਕਾਰਨ ਹੁੰਦੀ ਜਾ ਰਹੀ ਏ? ਇਹਨਾਂ ਬਾਦਲਾਂ ਦੇ ਕਾਰਨ ਹੁੰਦੀ ਜਾ ਰਹੀ ਹੈ। ਤੁਸੀਂ ਕਿਤੇ ਇਤਿਹਾਸ ਫਰੋਲ ਕੇ ਵੇਖਿਓ, ਜਿਹੜਾ ਪੁਰਾਣਾ ਇਤਿਹਾਸ ਆ, ਜਦੋਂ ਬਾਦਲ ਆਏ ਉਦੋਂ ਨਸ਼ਾ ਆਇਆ। ਹਰੇਕ ਸਰਕਾਰ 'ਚ ਨਵੀਂ ਚੀਜ਼ ਲੈ ਕੇ ਆਉਂਦੇ ਆ। ਸਭ ਤੋਂ ਪਹਿਲਾਂ ਜਦੋਂ ਬਾਦਲ ਸਾਹਿਬ ਬਣੇ ਉਦੋਂ ਰਾਜਸਥਾਨ ਤੋਂ ਭੁੱਕੀ ਆਈ ਸੀ, ਜਿਹਦਾ ਨਾਂ ਹੀ ਲੋਕਾਂ ਨੇ ਬਾਦਲ ਰੱਖਿਆ ਸੀ। ਉਸ ਤੋਂ ਬਾਅਦ 'ਚ ਜਦੋਂ ਦੁਬਾਰਾ ਸਰਕਾਰ ਆਈ ਫਿਰ ਫੀਮ ਆ ਗਈ, ਠੀਕ ਹੈ, ਉਹਦਾ ਨਾਮ ਇੱਕ ਲੀਡਰ ਦੇ ਨਾਂ 'ਤੇ ਰੱਖਿਆ ਗਿਆ। ਮੈਂ ਲੈਣਾ ਨਹੀਂ ਚਾਹੁੰਦਾ ਕਿਉਂਕਿ ਉਹ ਫਿਰ ਵੀ ਸੀਨੀਅਰ ਜਿਹੜੇ ਆ ਉਹ ਅਕਾਲੀ ਦਲ ਦੇ ਲੀਡਰ ਰਹੇ ਨੇ, ਸਤਿਕਾਰਯੋਗ ਨੇ, ਉਸ ਨਾਂ 'ਤੇ ਚੱਲਿਆ। ਉਸ ਤੋਂ ਬਾਅਦ ਜੇ ਚਿੱਟਾ ਆਇਆ ਤੇ ਚਿੱਟੇ ਦਾ ਨਾਂ ਜਿਹੜਾ ਹੈ ਬਿਕਰਮਜੀਤ ਮਜੀਠੀਏ ਦੀ ਮਾਂ ਨੇ ਥੋੜ੍ਹੀ ਉਹਦਾ ਨਾਂ ਚਿੱਟਾ ਰੱਖਿਆ ਸੀ, ਉਹਦਾ ਨਾਂ ਤਾਂ ਲੋਕਾਂ ਨੇ ਚਿੱਟਾ ਰੱਖਿਆ ਕਿਉਂਕਿ ਲੋਕਾਂ ਦੇ ਜਿਹੜੇ ਪੁੱਤ ਮਰਵਾਏ ਉਹ ਬਿਕਰਮਜੀਤ ਸਿੰਘ ਮਜੀਠੀਆ ਨੇ ਮਰਾਏ। ਔਰ ਮੈਂ ਅੱਜ ਤਾਂ ਬੋਲਦਾ ਵਾਂ ਕਿ ਮੈਂ ਕੇਜਰੀਵਾਲ ਤਰ੍ਹਾਂ ਡਰਦਾ ਥੋੜ੍ਹੀ ਹਾਂ। ਕੇਜਰੀਵਾਲ ਤਾਂ ਮਾਫੀ ਮੰਗ ਗਿਆ, ਠੀਕ ਹੈ। ਮੈਂ ਤਾਂ ਇਹ ਗੱਲ ਕਹਿਣਾ ਕਿ ਜਿਹੜੇ ਚਿੱਟੇ ਦੇ ਵਪਾਰੀ ਆ ਉਹਨਾਂ ਨੂੰ ਸਜ਼ਾਵਾਂ ਦਵਾ ਕੇ ਸਾਹ ਲਵਾਂਗਾ। ਔਰ ਉਸ ਤੋਂ ਬਾਅਦ ਦੇ ਵਿੱਚ ਇੱਕ ਗੋਲੀ ਆਈ ਜਿਹੜੀ ਜੀਭ ਥੱਲੇ ਰੱਖਣ ਵਾਲੀ ਇਹਨਾਂ ਦੀ ਸਰਕਾਰ 'ਚ, ਉਹ ਗੋਲੀ ਦਾ ਨਾਂ ਲੋਕਾਂ ਨੇ ਨੰਨੀ ਸ਼ਾਹ ਪਾਤਾ। ਕਿਉਂਕਿ ਜਿੰਨੇ ਨਸ਼ੇ ਆਏ ਬਾਦਲ ਪਰਿਵਾਰ ਲੈ ਕੇ ਆਇਆ। ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜਦੋਂ 10 ਸਾਲ ਸਰਕਾਰ ਇਹਨਾਂ ਦੀ ਰਹੀ ਉਦੋਂ ਪਹਿਲਾਂ ਕਦੀ ਗੈਂਗਸਟਰ ਨਾਂ ਸੁਣਿਆ ਸੀ? ਗੈਂਗਸਟਰ ਨਾਂ ਕੌਣ ਲੈ ਕੇ ਆਇਆ? ਬਿਕਰਮਜੀਤ ਮਜੀਠੀਆ। ਆਮ ਨੌਜਵਾਨ ਜਿਹੜੇ ਪੜ੍ਹੇ ਲਿਖੇ ਸੀ, ਜਿਨ੍ਹਾਂ ਨੂੰ ਅੱਜ ਨੌਕਰੀਆਂ ਦੇਣ ਦੀ ਲੋੜ ਸੀ, ਉਹਨਾਂ ਨੂੰ ਮਾੜੇ ਰਸਤੇ 'ਤੇ ਪਾ ਕੇ ਇਹਨਾਂ ਨੇ ਉਹਨਾਂ ਨੂੰ ਗੈਂਗਸਟਰ ਬਣਾਤਾ। ਅੱਜ ਉਹਨਾਂ ਦੇ ਕਿਸੇ ਜਿਹੜਾ ਵੀ ਗੈਂਗਸਟਰ ਤੁਸੀਂ ਕਹਿੰਦੇ ਹੋ, ਅੱਜ ਉਹਨਾਂ ਦੇ ਪਰਿਵਾਰਾਂ 'ਚ ਜਾ ਕੇ ਵੇਖੋ। ਪਰ ਕੁਲਬੀਰ ਜੀ ਲੋਕ ਇਹ ਵੀ ਸਵਾਲ ਕਰਦੇ ਨੇ ਵੀ ਪੌਣੇ 5 ਸਾਲ ਕਿੱਥੇ ਸੀ? ਪੌਣੇ 5 ਸਾਲ ਵੀ ਤੁਹਾਡੀ ਸਰਕਾਰ ਸੀ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਉਦੋਂ ਕਿੱਥੇ ਸੀ? ਇਹ ਸਵਾਲ ਮੈਂ ਲੋਕਾਂ ਨੂੰ ਕਰਦਾ ਕਿ ਪੌਣੇ 5 ਸਾਲ ਜਦੋਂ ਕੁਲਬੀਰ ਸਿੰਘ ਜੀਰਾ ਇਹਨੇ ਨਸ਼ੇ ਦੇ ਮੁੱਦੇ ਤੇ ਆਵਾਜ਼ ਚੁੱਕੀ ਸੀ, ਉਦੋਂ ਲੋਕ ਕਿੱਥੇ ਸੀ? ਉਦੋਂ ਲੋਕ ਮੇਰੇ ਨਾਲ ਖੜਦੇ, ਜਿਹੜਾ ਕੈਪਟਨ ਅਸੀਂ ਹੁਣ ਲਾਇਆ ਮੈਂ ਉਦੋਂ ਹੀ ਲਾ ਦਿੰਦਾ। ਔਰ ਇਹਦੇ ਨਾਲ ਜਿਹੜੀਆਂ ਗੱਲਾਂ ਤੁਸੀਂ ਪੌਣੇ 5 ਸਾਲ ਦੀਆਂ ਕਰਦੇ, ਪੌਣੇ 5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਚਾਚੇ ਤੇ ਭਤੀਜੇ ਵਾਲਾ ਰਿਸ਼ਤਾ ਨਿਭਾਇਆ, ਜਦੋਂ ਕਿ ਉਹਨਾਂ ਨੂੰ ਆਪਦਾ ਫਰਜ਼ ਨਿਭਾਉਣਾ ਚਾਹੀਦਾ ਸੀ। ਇਸ ਕਰਕੇ ਇਹ ਆ ਕਿ ਅੱਜ ਜਿਹੜੀ ਜੇ ਚੰਨੀ ਸਾਹਿਬ ਨਾ ਬਣਦੇ ਤੇ ਆਪਾਂ ਤਾਂ ਪਾਰਟੀ ਨੂੰ ਇਹ ਵੀ ਕਿਹਾ ਸੀਗਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇਲੈਕਸ਼ਨ ਹੁੰਦਾ ਹੈ, ਕੁਲਬੀਰ ਸਿੰਘ ਜੀਰਾ ਇਲੈਕਸ਼ਨ ਨਹੀਂ ਲੜੇਗਾ। ਔਰ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਗੁਟਕਾ ਸਾਹਿਬ ਦੀ ਜੇ ਕੋਈ ਗੁਰੂ ਤੋਂ ਕਿਸੇ ਨੇ ਮੁੱਖ ਮੋੜਿਆ ਕਿ ਮੈਂ ਉਸ ਬੰਦੇ ਦਾ ਸਾਥ ਦਿਆਂ, ਕਿਉਂਕਿ ਮੇਰੇ ਦਾਦਾ ਜੀ 27 ਸਾਲ ਮੈਂਬਰ SGPC ਰਹੇ, ਮੇਰੇ ਪਿਤਾ ਜੀ 2 ਵਾਰ MLA ਰਹੇ, ਮਿਨਿਸਟਰ ਰਹੇ, ਔਰ ਮੈਂ ਉਸ ਪਰਿਵਾਰ ਦੇ ਵਿੱਚੋਂ ਹਾਂ, ਗੁਰਸਿੱਖ ਪਰਿਵਾਰ ਆ। ਔਰ ਮੈਂ ਅੱਜ ਵੀ ਜਿੰਨਾ ਸੰਤ ਸਮਾਜ ਆ
ਔਰ ਮੈਂ ਉਹਨਾਂ ਦਾ ਸਤਿਕਾਰ ਕਰਦਾ। ਔਰ ਤੁਸੀਂ ਜੀਰਾ ਸਾਹਿਬ ਦੇ ਭੋਗ ਤੇ ਵੇਖਿਆ ਕਿ ਕੋਈ ਇਹੋ ਜਿਹਾ ਸੰਤ ਮਹਾਂਪੁਰਸ਼ ਜਿਹੜੇ ਆ ਕਿ ਜਿਹੜੇ ਜੀਰਾ ਸਾਹਿਬ ਦੇ ਭੋਗ ਤੇ ਜਿਹੜੇ ਨਾ ਆਏ ਹੋਣ। ਗੱਲ ਇਹ ਆ ਕਿ ਆਪੋ ਆਪਣੀ ਜ਼ਮੀਰ ਹੁੰਦੀ ਹੈ ਯਾਰ। ਮੈਨੂੰ ਇੱਕ ਗੱਲ ਦੱਸੋ, 117 MLA ਆ ਜੀ, 3 ਕਾਲੇ ਕਾਨੂੰਨ ਪਾਸ ਕਰਤੇ, 3 ਕਾਲੇ ਕਾਨੂੰਨ ਪਾਸ ਕਰਤੇ। ਅੱਜ ਮੈਂ ਤਾਂ ਕਹਿੰਦਾ MLA ਨੂੰ ਸਵਾਲ ਕਰੋ। ਮੈਂ ਤਾਂ ਜੀਰੇ ਹਲਕੇ ਵਾਲਿਆਂ ਨੂੰ ਕਹਿੰਦਾ ਮੈਂ ਕਿ ਜਨਮੇਜਾ ਸਿੰਘ ਸੇਖੋ ਕਿੱਥੇ ਸੀ ਬਈ ਜਦੋਂ 3 ਕਾਲੇ ਕਾਨੂੰਨ ਪਾਸ ਹੋਏ ਸੀ? ਨਰੇਸ਼ ਕਟਾਰੀਆ ਕਿੱਥੇ ਸੀ? ਮੈਂ 8 ਮਹੀਨੇ ਮੈਂ ਦਿੱਲੀ ਦੇ ਫੁੱਟਪਾਥ ਤੇ ਸੁੱਤਾ, ਤੁਸੀਂ ਸਾਰਿਆਂ ਨੇ ਵੇਖਿਆ। ਠੀਕ ਹੈ, ਉਹ ਵੀ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਤਾਂ ਆਉਣਾ ਪਿਆ। ਬੜਾ ਮਨ ਤੇ ਬੋਝ ਸੀ ਕਿ ਅੱਜ ਵੀ ਮੇਰੇ ਮਨ ਤੇ ਬੋਝ ਆ ਕਿ ਹੋ ਸਕਦਾ ਜੇ ਮੈਂ ਉੱਥੇ ਧਰਨੇ ਤੇ ਨਾ ਹੁੰਦਾ ਮੈਂ ਆਪਦੇ ਫਾਦਰ ਨੂੰ ਬਚਾ ਲੈਂਦਾ, ਕਿਉਂਕਿ ਮੈਂ ਇੱਕ ਕਿਸਾਨ ਦਾ ਪੁੱਤਰ ਸੀ, ਉਹ ਕਿਸਾਨ ਸੀ। ਉਹਨਾਂ ਨੇ ਵੀ ਮੈਨੂੰ ਇਹ ਕਿਹਾ ਕਿ ਵਾਪਸ ਨਾ ਮੁੜ ਕੇ। ਤੁਹਾਡੀ ਭਾਵਨਾ ਨੂੰ ਸਮਝਦੇ ਆ, ਭਾਵੁਕ ਹੋ ਜਾਂਦਾ ਕਦੇ ਮਨ। ਪਰ ਜੀਰਾ ਸਾਹਿਬ ਤੁਹਾਨੂੰ ਲੱਗਦਾ ਹੈਗਾ ਵੀ ਜਿਹੜਾ ਮੈਂ ਜਿਵੇਂ ਸ਼ੁਰੂਆਤ ਕੀਤੀ ਭੂਮਿਕਾ ਬਣੀ ਸੀ, ਨੀਵੇਂ ਪੱਧਰ ਦੀ ਜਿਹੜੀ ਰਾਜਨੀਤੀ ਉਹ ਨਹੀਂ ਹੋਣੀ ਚਾਹੀਦੀ? ਤੁਹਾਡੇ ਪਿਤਾ ਜੀ ਨੇ ਵੀ ਰਾਜਨੀਤੀ ਕੀਤੀ ਆ, ਤੁਸੀਂ ਵੀ ਮਾਣ ਕਰਦੇ ਹੋ ਉਹਨਾਂ ਦੇ ਉੱਤੇ, ਬਹੁਤ ਹੋਰ ਲੀਡਰ ਵੀ ਉਹਨਾਂ ਦਾ ਨਾਮ ਲੈਂਦੇ ਆ ਵੀ ਬਹੁਤ ਵਧੀਆ ਜਿਹੜੀ ਰਾਜਨੀਤੀ ਕਰਦੇ ਰਹੇ ਆ। ਤੁਹਾਨੂੰ ਲੱਗਦਾ ਵੀ ਰਾਜਨੀਤੀ ਦਾ ਪੱਧਰ ਡਿੱਗ ਪਿਆ? ਜਿਹੜੇ ਰਾਜਨੀਤੀ ਦਾ ਤਾਂ ਇੰਨਾ ਪੱਧਰ ਡਿੱਗ ਪਿਆ, ਹੁਣ ਸੱਚੀ ਗੱਲ ਪੁੱਛੋ ਰਾਜਨੀਤੀ ਕਰਨ ਨੂੰ ਜੀ ਨਹੀਂ ਕਰਦਾ। ਮੈਂ ਜੀਰਾ ਸਾਹਿਬ ਦੀ ਮੌਤ ਤੋਂ ਬਾਅਦ ਮੈਂ ਮਨ ਬਣਾ ਲਿਆ ਸੀ ਕਿ ਨਹੀਂ ਲੜਨਾ। ਪਰ ਜੇ ਮੇਰੀ ਮਾਤਾ ਨੇ ਮੈਨੂੰ ਕਿਹਾ ਕਿ ਜੇ ਲੜਾਂਗੇ ਨਾ ਲੋਕ ਕਹਿਣਗੇ ਪਤਾ ਨਹੀਂ ਕਿਉਂ ਇਹ ਭੱਜ ਗਿਆ, ਕਿ ਇਹ ਬਾਪ ਦੇ ਸਿਰ ਤੇ ਸੀ। ਕਹਿੰਦੇ ਤੂੰ ਮਿਹਨਤ ਕੀਤੀ ਏ, ਲੜ ਔਰ ਆਪਦੇ ਪਿਤਾ ਦਾ ਨਾਂ ਰੌਸ਼ਨ ਕਰ। ਔਰ ਅੱਜ ਇਹ ਜਿੰਨੇ ਕੰਮ ਹੋਏ ਇਹ ਸਾਰੇ ਜੀਰਾ ਸਾਹਿਬ ਦੇ ਸੁਪਨੇ ਆ। ਸਭ ਤੋਂ ਵੱਡਾ ਸੁਪਨਾ ਇੱਕ ਉਹਨਾਂ ਦਾ ਇਹ ਸੀ, ਸਾਡੇ ਧਰਮਕੋਟ ਤੋਂ ਲੈ ਕੇ ਕੋਟ ਬੁੱਢੇ ਤੱਕ 24 ਕਿਲੋਮੀਟਰ ਦਾ ਦਰਿਆ ਚੱਲਦਾ ਜੀ। ਉਸ ਦਰਿਆ ਤੇ ਜਿੰਨੇ ਪਿੰਡ ਬੈਠੇ ਜੀ ਅੱਜ ਉਹਨਾਂ ਤੇ ਲਾਈਟ ਜਗਦੀ ਹੈ। ਤੇ ਜਦੋਂ ਜੀਰਾ ਸਾਹਿਬ ਪਹਿਲਾਂ MLA ਬਣੇ, ਅੱਜ ਲੋਕ ਕਹਿੰਦੇ ਆ ਸਾਡੇ ਘਰਾਂ 'ਚ ਚਾਨਣ ਕਰਨ ਵਾਲਾ ਇੰਦਰਜੀਤ ਸਿੰਘ ਜੀਰਾ ਸੀ। ਉਸ ਦਰਿਆ ਨੂੰ ਪੱਕਾ ਕਰਨ ਲਈ, ਕਿਉਂਕਿ ਪਿਛਲੀ ਵਾਰ ਵੀ ਮੇਰੇ ਨਾਲ ਬਹੁਤ ਵਿਤਕਰਾ ਆਇਆ, ਜਦੋਂ ਦਰਿਆ ਟੁੱਟਿਆ ਹੜ੍ਹ ਆਏ ਉਦੋਂ ਜੀਰੇ ਹਲਕੇ 'ਚ ਆਏ ਸੀਗੇ। ਔਰ ਕੈਪਟਨ ਅਮਰਿੰਦਰ ਸਿੰਘ ਜੀ ਜਹਾਜ਼ ਲੈ ਕੇ ਉਹ ਸ਼ਾਹਕੋਟ ਤੇ ਸੁਲਤਾਨਪੁਰ ਘੁੰਮਦੇ ਰਹੇ, ਉਹਨਾਂ ਨੂੰ ਮੁਆਵਜ਼ਾ ਦੇਤਾ। ਮੈਨੂੰ ਮੁਆਵਜ਼ਾ ਤਾਂ ਨਹੀਂ ਦਿੱਤਾ ਕਿਉਂਕਿ ਮੈਂ ਸੱਚ ਬੋਲਿਆ ਸੀ। ਮੇਰੇ ਲੋਕਾਂ ਨਾਲ ਵੀ ਧੱਕਾ ਕੀਤਾ। ਔਰ ਮੈਂ ਮੈਨੂੰ ਪਤਾ ਉਸ ਦਰਿਆ ਦੇ ਵਿੱਚ ਮੈਂ ਆਪ ਬਿਨਾਂ ਵੋਟ ਤੋਂ ਮੈਂ ਆਪ ਗਿਆ ਵਾਂ ਔਰ ਇੱਥੋਂ ਤੱਕ ਪਾਣੀ ਆਉਂਦਾ ਸੀ। ਔਰ ਮੈਂ ਤੇ ਇਹ ਗੱਲ ਕਰਦਾ ਵਾਂ ਕਿ ਉਹ ਸੁਪਨਾ ਜਿਹੜਾ ਸੀ ਮੈਂ ਅੱਜ ਪੂਰਾ ਕੀਤਾ। ਹੁਣ ਮੈਨੂੰ ਕੋਈ ਕਿਸੇ ਗੱਲ ਦੀ ਫਿਕਰ ਨਹੀਂ, ਕਿਉਂਕਿ 24 ਕਿਲੋਮੀਟਰ ਦਾ ਲੰਮਾ ਜਿਹੜਾ ਟੋਟਾ ਹੈ ਉਹ ਚੰਨੀ ਸਾਹਿਬ ਨੇ 7 ਕਰੋੜ ਰੁਪਈਆ ਮੈਨੂੰ ਦਿੱਤਾ ਔਰ 7 ਕਰੋੜ ਦੀ ਲਾਗਤ ਦੇ ਨਾਲ ਉਹ ਸੜਕ ਬਣ ਰਹੀ ਹੈ। ਤੁਸੀਂ ਜਾ ਕੇ ਵੇਖ ਸਕਦੇ ਹੋ। ਅੱਜ ਉਹ ਲੋਕ ਯਾਦ ਕਰਦੇ ਨੇ ਕਿ ਠੀਕ ਆ ਕਿ ਦਰਿਆ ਏਰੀਏ ਦਾ ਔਰ ਬਾਪੂ ਦਾ ਸੁਪਨਾ ਜਿਹੜਾ ਹੈ ਉਹ ਮੈਂ ਪੂਰਾ ਕੀਤਾ। ਔਰ 1-2 ਸੁਪਨੇ ਮੇਰੇ ਹੋਰ ਨੇ। ਮੈਡੀਕਲ ਕਾਲਜ ਸਾਡੇ ਖਡੂਰ ਜਿਹੜਾ ਪੰਚਾਇਤ ਨੇ ਜ਼ਮੀਨ ਦੇਤੀ ਆ, ਉਹ ਚੰਨੀ ਸਾਹਿਬ ਵੱਲੋਂ ਦੀ ਫਾਈਲ ਨਿਕਲ ਗਈ ਹੈ, ਭਾਰਤ ਸਰਕਾਰ ਨੇ ਦੇਣਾ, ਤੁਹਾਨੂੰ ਵੀ ਪਤਾ। ਜੇ ਸੇਵਾ ਦਾ ਮੌਕਾ ਮਿਲਿਆ ਤੇ 2024 ਤੱਕ ਜਿਹੜਾ ਮੈਡੀਕਲ ਕਾਲਜ ਵੀ ਜਿਹੜਾ ਮੈਂ ਜੀਰੇ 'ਚ ਲੈ ਕੇ ਆਵਾਂਗਾ। ਇੱਕ ਸਾਡੇ ਇੱਥੇ ਰੇਲਵੇ ਰੋਡ ਆ। 2 ਸੁਪਨੇ ਮੇਰੇ ਰਹਿ ਗਏ ਆ, ਬਾਕੀ ਸਭ ਜਿੰਨੇ ਬਾਪੂ ਦੇ ਸੁਪਨੇ ਸੀ ਲੋਕਾਂ ਦੇ ਸੁਪਨੇ ਪੂਰੇ ਹੋ ਗਏ। ਸਾਡੇ ਕੋਈ ਮਨ ਦੇ ਵਿੱਚ ਕੋਈ ਡਰ ਹੈਗਾ? ਕਿਉਂਕਿ ਵਿਰੋਧੀ ਇਹ ਵੀ ਕਹਿੰਦੇ ਆ ਵੀ ਜੇ ਸਰਕਾਰ ਆ ਗਈ ਸਭ ਤੋਂ ਪਹਿਲਾਂ ਜਿਹੜਾ ਕੁਲਬੀਰ ਜੀਰੇ ਨੂੰ ਟੰਗਣਾ। ਬਾਈ ਜੀ 17 ਸਾਲ ਬਾਦਲਾਂ 10 ਸਾਲ ਬਾਦਲਾਂ ਦੀ ਸਰਕਾਰ ਰਹੀ ਆ, ਜੀਰਾ ਲਿਖਿਆ ਨਹੀਂ। ਮੇਰੇ ਬਾਪੂ ਨੇ ਵਰਕਰ ਕਿਸੇ ਦੇ ਕੰਡਾ ਨਹੀਂ ਚੁੱਭਣ ਦਿੰਦਾ। ਔਰ ਅੱਜ ਬਾਪੂ ਚਾਹੇ ਇਸ ਦੁਨੀਆ ਤੇ ਨਹੀਂ ਹੈਗਾ ਗਾ, ਮੈਂ ਨਾ ਕਿ ਨਾ ਇਹਨਾਂ ਦੀ ਸਰਕਾਰ ਆਵੇ, ਸਰਕਾਰ ਵੀ ਸਾਡੀ ਆਉਣੀ ਹੈ, ਮੁੱਖ ਮੰਤਰੀ ਵੀ ਚੰਨੀ ਸਾਹਿਬ ਨੇ ਬਣਨਾ। ਪਰ ਧੱਕਾ ਮੈਂ ਨਾ ਕਿਸੇ ਨਾਲ ਕੀਤਾ ਤੇ ਨਾ ਹੀ ਕਰਨਾ ਹੈ। ਜਿਹੜੇ ਲੋਕ ਗਲਤ ਅਨਸਰ ਨੇ ਉਹਨਾਂ ਨੂੰ ਜ਼ਰੂਰ ਫੜ ਕੇ ਅਸੀਂ ਅੰਦਰ ਦੇਵਾਂਗੇ। ਔਰ ਜਿਹੜੀਆਂ ਇਹ ਸਰਕਾਰ ਦੀਆਂ ਗੱਲਾਂ ਕਰਦੇ ਨੇ, ਇਹ ਤਾਂ ਪਹਿਲਾਂ ਵੀ ਕਹਿੰਦੇ ਸੀ 25 ਸਾਲ 25 MLA ਨਹੀਂ ਇਹਨਾਂ ਤੋਂ ਬਣੇ। ਔਰ ਆ ਜਿਹੜਾ ਕੇਜਰੀਵਾਲ ਵਾਲੇ ਇਹ ਕਹਿੰਦੇ ਸਾਡੀ ਸਰਕਾਰ ਆਉਣੀ ਹੈ, ਇਹ ਉਦੋਂ ਕਹਿੰਦੇ ਸੀ 107 ਸੀਟਾਂ, ਉਦੋਂ ਵੀ ਜੀਰਾ ਸੀਟ ਇਹਦੇ ਵਿੱਚ ਨਹੀਂ ਸੀ ਭਲਾ, ਉਦੋਂ ਦੀ ਤੁਸੀਂ ਰਿਪੋਰਟ ਕਢਾ ਲਿਓ। ਹੁਣ ਇਹ ਕਹਿੰਦੇ ਜੀ 50 ਤੋਂ 55। ਇਹਨਾਂ ਮੌਕੇ ਜੇ ਉਦੋਂ 24 ਆਈਆਂ ਸੀ ਤੇ 24 ਦੇ ਵਿੱਚੋਂ 14 ਤਾਂ ਅਸੀਂ ਲੈ ਜਾਂਦੇ, ਜਿੰਦੇ 'ਚੋਂ ਜੱਗਾ ਹੀਸੋਵਾਲ, ਜਿਹਨੇ ਕਿ ਜਦੋਂ ਚੰਨੀ ਸਾਹਿਬ ਨੇ ਸਵਾਲ ਕੀਤਾ ਵਿਧਾਨ ਸਭਾ 'ਚ, ਉਹਨਾਂ ਨੇ ਕਿਹਾ ਕਿ ਭਾਈ ਦੱਸੋ ਕਿ ਮੇਰੇ ਕੰਮਾਂ ਨੂੰ ਵੇਖ ਕੇ ਜੋ ਮੈਂ ਕੰਮ ਕੀਤੇ ਆ ਸਰਕਾਰ 'ਚ, ਉਹ ਦੱਸੋ ਕਿ ਕੇਜਰੀਵਾਲ ਕਰ ਸਕਦਾ? ਆਮ ਆਦਮੀ ਉਹ ਆ ਜਾਂ ਮੈਂ ਆ? ਉਹ ਉੱਠ ਕੇ ਆ ਗਿਆ ਸੀਗਾ, ਉਹਨੇ ਆਣ ਕੇ ਕਿਹਾ ਸੀਗਾ ਕਿ ਕੇਜਰੀਵਾਲ ਜਿਹੜਾ ਉਹ ਨਹੀਂ ਆਮ ਆਦਮੀ ਚਰਨਜੀਤ ਸਿੰਘ ਚੰਨੀ ਹੈ। ਆਸ਼ੂ ਬਾਂਗਰ ਸਾਡੇ ਫਿਰੋਜ਼ਪੁਰ ਦਿਹਾਤੀ ਤੋਂ, ਉਹਨੇ ਵੇਖ ਲਓ ਜੀ, ਉਹਨੇ ਜਦੋਂ ਲੋਕਾਂ ਨੇ ਜਾ ਕੇ ਸਵਾਲ ਕੀਤੇ, ਕਿਉਂਕਿ ਮੈਂ ਉਹਨੂੰ ਮਿਲਿਆ, ਮੈਂ ਕਿਹਾ ਆਸ਼ੂ ਕੀ ਗੱਲ ਹੋਈ? ਉਹ ਕਹਿੰਦਾ ਬਾਈ ਜੀ ਜਦੋਂ ਮੈਂ ਲੋਕਾਂ 'ਚ ਜਾਂਦਾ ਸੀ ਤੇ ਲੋਕ ਕੋਈ ਰਾਘਵ ਚੱਡਾ ਜੀ ਨੇ ਬਿਆਨ ਦਿੱਤਾ ਸੀ ਕਿਸਾਨਾਂ ਦੇ ਖਿਲਾਫ ਕਿ ਇਹ ਜਿਹੜੇ ਹੈ ਇਹ BJP ਦੀ ਜਿਹੜੀ ਹੈ B ਟੀਮ
ਉਹ ਕਹਿੰਦੇ ਜਦੋਂ ਮੈਂ ਪਿੰਡਾਂ 'ਚ ਜਾਂਦਾ ਲੋਕ ਮੈਨੂੰ ਸਵਾਲ ਕਰਦੇ ਸੀ, ਔਰ ਜਦੋਂ ਟਿਕਟਾਂ ਦਾ ਰੌਲਾ ਪਿਆ, ਟਿਕਟਾਂ ਮੁੱਲ ਵਿਕੀਆਂ, ਉਹ ਰਿਕਾਰਡਿੰਗਾਂ ਅੱਜ ਵੀ ਜਿਹੜੀਆਂ ਕੁਛ ਰਿਕਾਰਡਿੰਗਾਂ ਆਸ਼ੂ ਬਾਂਗਰ ਜੀ ਕੋਲ ਪਈਆਂ ਨੇ, ਜਿੰਦੇ ਵਿੱਚ ਜਿਹੜੇ ਸ਼ਰੇਆਮ ਜਿਹੜੇ ਉਹ ਪੈਸੇ ਮੰਗੇ ਜਾ ਰਹੇ ਆ। ਉਹ ਅਸੀਂ ਅਜੇ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੁੰਦੇ, ਕਿਉਂਕਿ ਅਸੀਂ ਜਿਵੇਂ ਤੁਸੀਂ ਕਿਹਾ ਕਿ ਰਾਜਨੀਤੀ ਦਾ ਜਿਹੜਾ ਜੀ ਉਹ ਇੰਨੀ ਨੀਵੀਂ ਨਹੀਂ ਅਸੀਂ ਕਰਨੀ ਚਾਹੁੰਦੇ। ਹੁਣ ਜਿਹੜਾ ਪਹਿਲਾਂ ਸਾਡੇ ਮੁੰਡਾ ਇੱਥੋਂ ਇਲੈਕਸ਼ਨ ਲੜਿਆ ਗੁਰਪ੍ਰੀਤ ਗੋਰਾ ਜੀ, ਜਿਹੜਾ ਉਹ ਇਲੈਕਸ਼ਨ ਲੜਿਆ, ਉਹਦੇ ਖਾਤੇ ਦੇ ਵਿੱਚ ਇੱਕ ਤੁਹਾਨੂੰ ਖਾਤਾ ਦਿਆਂਗਾ ਐਕਸਿਸ ਬੈਂਕ ਦਾ, 39 ਕਰੋੜ ਰੁਪਈਆ ਉਹਦੇ ਖਾਤੇ 'ਚ ਆਇਆ। 39 ਕਰੋੜ ਰੁਪਈਆ ਕਿੱਧਰ ਗਿਆ? ਮੈਂ ਤੇ ਇਹ ਗੱਲਾਂ ਕਰਦਾ ਤਾਂ ਤੁਹਾਡੇ ਪੈਸੇ ਤਾਂ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਵੀ ਬਰਾਮਦ ਹੋਇਆ, ਲੋਕ ਤਾਂ ਉਹਦੇ ਬਾਰੇ ਵੀ ਪੁੱਛਦੇ ਨੇ। ਚਰਨਜੀਤ ਸਿੰਘ ਚੰਨੀ ਦੇ ਜੇ ਘਰੋਂ ਪੈਸੇ ਬਰਾਮਦ ਹੋਏ ਹੁੰਦੇ ਜਾਂ ਉਹਦੇ ਰਿਸ਼ਤੇਦਾਰ ਦੇ ਘਰੋਂ ਹੋਏ ਹੁੰਦੇ, ਗੱਲ ਇਹ ਆ ਕਿ ਜੇ ਭਾਰਤ ਸਰਕਾਰ ਜੇ ਦਿੱਲੀ ਵਾਲੇ ਜੇ ਹੋਰ ਸਟੇਟਾਂ 'ਚ ਜਾ ਕੇ 25-25 ਕਰੋੜ ਰੁਪਈਆ ਐਮਐਲਏ ਨੂੰ ਦੇ ਸਕਦੇ ਆ, ਅੱਜ ਸਾਰਾ ਕੁਝ ਉਹਨਾਂ ਦੇ ਅੰਡਰ ਆ, ਉਹ ਕੁਝ ਵੀ ਕਰ ਸਕਦੇ ਆ, ਕੋਈ ਇਹੋ ਜਿਹੀ ਗੱਲਬਾਤ ਨਹੀਂ। ਔਰ ਚੰਨੀ ਸਾਹਿਬ ਇਹੋ ਜਿਹਾ ਜੇ ਕਿਤੇ ਮਾੜਾ ਜਿਹਾ ਵੀ ਉਹ ਕੋਈ ਗੱਲਬਾਤ ਹੁੰਦੀ, ਉਹ ਅੱਜ ਅਸਤੀਫਾ ਦੇ ਦਿੰਦੇ, ਇਲੈਕਸ਼ਨ ਨਾਲ ਲੜਦੇ। ਤੁਹਾਨੂੰ ਲੱਗਦਾ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਦੀ ਵੀ ਗੱਲ ਕਰਦੇ ਹੋ, ਤੁਸੀਂ ਉਹ ਵੀ ਗੱਲ ਕਰਦੇ ਹੋ ਵੀ ਕੈਪਟਨ ਅਮਰਿੰਦਰ ਸਿੰਘ ਨੇ ਕੰਮ ਨਹੀਂ ਕਰੇ, ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਕਸਮ ਖਾਧੀ ਸੀ। ਜਿਹੜਾ ਬਾਈਬਲ ਕਲਾਂ ਗੋਲੀ ਕਾਂਡ ਹੋਇਆ, ਉਹਦਾ ਅੱਜ ਵੀ ਇਨਸਾਫ ਮੋਰਚਾ ਲਾਈ ਬੈਠਿਆ, ਉਹਨਾਂ ਨੂੰ ਵੀ ਇਨਸਾਫ ਨਹੀਂ ਦਿੱਤਾ। 111 ਦਿਨ ਤਾਂ ਬਹੁਤ ਹੁੰਦੇ ਆ। ਤੁਸੀਂ ਕਹਿ ਰਹੇ ਸੀ ਵੀ 24 ਘੰਟੇ, ਰੰਧਾਵਾ ਸਾਹਿਬ ਦੇ ਵੀ ਬਿਆਨ ਆਉਂਦੇ ਰਹੇ ਵੀ ਇੱਕ ਦਿਨ ਲਈ ਸਾਨੂੰ ਬਣਾ ਦਿਓ, ਦੇਖਿਓ ਫਿਰ ਕੀ ਹੁੰਦਾ। ਗੱਲ ਇਹ ਆ ਕਿ ਜੋ ਹਾਲਾਤ ਕੈਪਟਨ ਸਾਹਿਬ ਨੇ ਕੀਤੇ ਪਏ ਸੀ ਉਹ ਤੁਹਾਨੂੰ ਵੀ ਪਤਾ, ਔਰ 111 ਦਿਨਾਂ ਦੇ ਵਿੱਚ ਜਿੰਨਾ ਉਹਦੇ ਤੇ ਤੁਸੀਂ ਵੇਖਿਆ ਕਿ ਜੇਲ੍ਹ ਦੇ ਵਿੱਚ ਜਾ ਕੇ ਜੋ ਸਿੱਟ ਨੇ ਬਿਆਨ ਲਿਖੇ ਜਾਂ ਡੇਰੇ 'ਚ ਜਾ ਕੇ ਜੋ ਬਿਆਨ ਲਿਖੇ, ਅਸੀਂ ਆਪਦਾ ਕੰਮ ਕੀਤਾ। ਅਸੀਂ ਅੱਜ ਵੀ ਇਹ ਗੱਲ ਕਹਿੰਦੇ ਹਾਂ, ਕਿਉਂਕਿ ਮੇਰੀ ਗੱਲ ਸੁਣੋ, ਮੈਂ ਸਭ ਤੋਂ ਪਹਿਲਾਂ ਜਿਹੜਾ ਗੁਰੂ ਦਾ ਸਿੱਖ ਹਾਂ, ਉਹ ਗੁਰੂ ਦਾ ਸਿੱਖ ਹੋਣ ਦੇ ਨਾਤੇ ਅੱਜ ਵੀ ਜਿਹੜਾ ਕਿ ਅਸੀਂ ਅੱਜ ਵੀ ਇਹ ਗੱਲ ਕਹਿੰਦੇ ਹਾਂ ਕਿ ਜਿਹੜਾ ਉਹ ਇਨਸਾਫ ਜਿਹੜਾ ਮਿਲੇਗਾ, ਉਹ ਸਾਰਾ ਕੁਝ ਜਿਵੇਂ ਕਹਿੰਦੇ ਮੁਕੰਮਲ ਹੋਇਆ ਪਿਆ। ਉਹ ਤਾਂ 2-4 ਦਿਨਾਂ ਦੀ ਗੱਲ ਸੀ। ਤੁਹਾਨੂੰ ਵੀ ਪਤਾ ਕਿ 14 ਤਰੀਕ ਨੂੰ ਰੈਲੀ ਸੀਗੀ ਯੂਪੀ ਦੇ ਵਿੱਚ ਮੋਦੀ ਸਾਹਿਬ ਦੀ, ਔਰ ਉਹਨਾਂ ਨੂੰ ਜਦੋਂ ਇੱਥੇ ਨਹੀਂ ਐਂਟਰ ਕਿਸੇ ਨੇ ਕਰਨ ਦਿੱਤਾ, ਉਹਨਾਂ ਨੇ 7 ਤਰੀਕ ਨੂੰ ਜਿਹੜਾ ਸੀ ਉਹ ਚੋਣ ਜ਼ਾਬਤਾ ਲੱਗਦਾ। ਜੇ ਕਿਤੇ 2-4 ਦਿਨ ਪੈ ਜਾਂਦੇ ਤੇ ਆ ਜਿਹੜਾ ਜੜਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਸਿੰਘ ਢਿੱਲੋਂ ਆ, ਇਹਨਾਂ ਤੇ ਵੀ 1000 ਕਰੋੜ ਦਾ ਜਿਹੜਾ ਕਿ ਗੁਰਿੰਦਰ ਜਿਹੜਾ ਠੇਕੇਦਾਰ ਆ, ਉਹਦੇ ਵੱਲੋਂ ਬਕਾਇਦਾ ਜਿਹੜਾ ਉਹਦੇ ਤੇ ਕੇਸ ਦਰਜ ਆ, ਉਹਦੇ 'ਚ ਇਹਨਾਂ ਦੇ ਨਾਂ ਲਏ ਹੋਏ ਆ, ਔਰ ਉਹ ਵੀ ਜਿਹੜਾ ਕੇਸ ਜਿਹੜਾ ਰਜਿਸਟਰਡ ਹੋ ਜਾਣਾ ਸੀ। ਪਰ ਇਹ ਆ ਕਿ ਕੋਈ ਗੱਲ ਨਹੀਂ, ਅੱਗੇ ਸਮਾਂ ਆਉਣਾ, ਸਾਰਾ ਕੁਝ ਹੀ ਕਰਾਂਗੇ। ਜਾਂਦੇ ਜਾਂਦੇ ਜੀਰਾ ਸਾਹਿਬ, ਮੈਂ ਕੁਝ ਕੁ ਲੀਡਰਾਂ ਬਾਰੇ ਇੱਕ ਸ਼ਬਦ ਦੇ ਵਿੱਚ ਕਮੈਂਟ ਚਾਹੂੰਗਾ। ਬਿਕਰਮ ਸਿੰਘ ਮਜੀਠੀਆ ਬਾਰੇ ਕੀ ਸੋਚਦੇ? ਗੱਲ ਇਹ ਆ ਕਿ ਬਿਕਰਮਜੀਤ ਸਿੰਘ ਮਜੀਠੀਆ ਬਾਰੇ ਤੁਸੀਂ ਕਿਸੇ ਬੱਚੇ ਨੂੰ ਵੀ ਪੁੱਛ ਲਓ, ਉਹ ਕਹਿੰਦਾ ਯਾਰ ਛੱਡ ਕਿਉਂ ਨਾ ਲੈਣਾ, ਅਸੀਂ ਆਪਦੀ ਕੁੱਲ ਥੋੜੀ ਖਰਾਬ ਕਰਨੀ ਹੈ। ਚਿੱਟੇ ਦਾ ਵਪਾਰੀ ਹੈ, ਔਰ ਉਸ ਬੰਦੇ ਦਾ ਕੋਈ ਕਿਰਦਾਰ ਨਹੀਂ। ਮੈਂ ਤੇ ਇਹ ਗੱਲ ਕਹਿਣਾ ਕਿ ਐਡਾ ਕੱਦ ਪ੍ਰਮਾਤਮਾ ਨੇ ਕਾਹਦੇ ਲਈ ਦਿੱਤਾ? 6.25 ਫੁੱਟ ਦਾ ਹੈਗਾ, 6.5 ਫੁੱਟ ਦਾ ਕੱਦ ਆ, ਠੀਕ ਹੈ, ਔਰ ਜਿਗਰਾ ਛੋਟਾ ਜਿਹਾ। ਜੇ ਵਾਕਈ ਸੱਚਾ ਸੀ ਤੇ ਪੇਸ਼ ਹੋ ਜਾਂਦਾ, ਕਿੱਡੀ ਕੋਈ ਗੱਲ ਸੀ। ਸੁਖਪਾਲ ਸਿੰਘ ਖਹਿਰਾ, ਠੀਕ ਹੈ, ਉਹਨਾਂ ਨੇ ਕੋਈ ਘਰੋਂ ਥੋੜੀ ਭੱਜੇ ਆ, ਅਸੀਂ ਸਾਰੇ ਘਰਾਂ 'ਚ ਹੀ ਬੈਠੇ ਆ। ਅੱਜ ਠੀਕ ਆ, ਅੱਜ ਜ਼ਮਾਨਤ ਹੋ ਗਈ, ਲੋਕਾਂ ਨੇ ਜਿਹੜਾ ਉਹ ਫੈਸਲਾ ਕਰ ਦੇਣਾ, ਜਿਤਾ ਕੇ ਲਿਆਉਣਗੇ ਸੁਖਪਾਲ ਸਿੰਘ। ਤੁਹਾਡੇ ਕੱਦ ਨੂੰ ਲੈ ਕੇ ਵੀ ਬੜੇ ਕਮੈਂਟ ਹੁੰਦੇ ਰਹਿੰਦੇ ਨੇ ਵੀਰੇ। ਮੈਂ ਤਾਂ ਬਿਕਰਮਜੀਤ ਮਜੀਠੀਆ ਨੂੰ ਆਖਿਆ, ਮੈਂ ਕੱਦ ਜ਼ਰੂਰ ਛੋਟਾ ਹੈ, ਠੀਕ ਹੈ, ਪਰ ਮੈਂ ਕਿਹਾ ਜਿਗਰਾ ਇੰਦਰਜੀਤ ਸਿੰਘ ਜੀਰਾ ਵਾਲਾ ਹੈ। ਜੇ ਉਹ ਬਾਦਲ ਦੀ ਗੱਡੀ ਰੋਕ ਸਕਦੇ ਸੀ, ਅੱਜ ਮੇਰੇ 'ਚ ਵੀ ਇੰਨੀ ਤਾਕਤ ਆ ਕਿ ਮੈਂ ਬਿਕਰਮਜੀਤ ਮਜੀਠੀਆ ਨੂੰ ਤੇ ਸੁਖਬੀਰ ਬਾਦਲ ਨੂੰ 5 ਸਾਲ ਜੀਰੇ ਨਹੀਂ ਵੜਨ ਦਿੱਤਾ। ਭਗਵੰਤ ਸਿੰਘ ਮਾਨ ਬਾਰੇ ਕੀ ਸੋਚਦੇ? ਭਗਵੰਤ ਸਿੰਘ ਮਾਨ ਵੀਰੇ ਦੱਸੋ, ਆਪਾਂ ਕਹਿੰਦੇ ਕਿ ਗੁਰੂ ਸਾਹਿਬ ਨੇ ਸਭ ਤੋਂ ਉੱਤਮ ਦਰਜਾ ਜਿਹੜਾ ਔਰਤ ਨੂੰ ਦਿੱਤਾ, ਚਾਹੇ ਉਹ ਮਾਂ ਦੇ ਰੂਪ 'ਚ, ਚਾਹੇ ਭੈਣ ਦੇ, ਚਾਹੇ ਪਤਨੀ ਦੇ। ਔਰ ਜਿਹੜਾ ਬੰਦਾ ਔਰਤ ਦਾ ਮਾਂ 'ਤੇ ਸਤਿਕਾਰ ਨਹੀਂ ਕਰਦਾ, ਆਪਦਾ ਪਰਿਵਾਰ ਨਹੀਂ ਚਲਾ ਸਕਦਾ, ਉਹ ਸਰਕਾਰ ਨਹੀਂ ਚਲਾ ਸਕਦਾ, ਉਹ ਲੋਕਾਂ ਦੇ ਨਾਲ ਨਹੀਂ ਵਿਚਰ ਸਕਦਾ। ਕਿਉਂਕਿ ਲੋਕਾਂ ਦੇ ਵਿੱਚ ਵਿਚਰਨ ਲਈ ਸਾਨੂੰ ਪਰਿਵਾਰ ਵੀ ਸਾਂਭਣਾ ਪੈਂਦਾ, ਸਾਨੂੰ ਲੋਕਾਂ ਦੇ ਨਾਲ ਵੀ ਵਿਚਰਨਾ ਪੈਂਦਾ। ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਜਿਹੜਾ ਕਿ ਉਹ ਜ਼ਿੰਮੇਵਾਰ ਬੰਦਾ ਨਹੀਂ ਗਾ। ਜੇ ਜ਼ਿੰਮੇਵਾਰ ਹੁੰਦਾ ਤੇ ਅੱਜ ਸਭ ਤੋਂ ਪਹਿਲਾਂ ਪਰਿਵਾਰ ਸਾਂਭਦਾ। ਕੈਪਟਨ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਉਹ ਸ਼ਖਸ ਆ ਜਿਹਨੂੰ ਲੋਕਾਂ ਨੇ ਬਹੁਤ ਮਾਣ ਤੇ ਸਤਿਕਾਰ ਦਿੱਤਾ, ਪਰ ਕੈਪਟਨ ਅਮਰਿੰਦਰ ਸਿੰਘ ਨੂੰ ਐਮਐਲਏ ਨਹੀਂ ਸੀ ਮਿਲ ਸਕਦੇ। ਅੱਜ ਕੈਪਟਨ ਅਮਰਿੰਦਰ ਸਿੰਘ ਦੀ ਜੀਰੇ ਤੋਂ ਉਹ ਸੀਟ ਜਿਹੜੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਾਤੇ ਆ ਗਈ। ਸਾਡੇ ਇੱਥੇ ਨਰਿੰਦਰ ਭੁੱਲਰ ਸੀ, ਸਾਡੇ ਸਤਿਕਾਰਯੋਗ, ਇਹਨਾਂ ਨੇ ਸੱਦ ਕੇ ਟਿਕਟ ਦਿੱਤੀ, ਉਹਨਾਂ ਨੇ ਵਾਪਸ ਕਰਤੀ, ਠੀਕ ਹੈ। ਅੱਜ ਜੀਰੇ ਤੋਂ ਟਿਕਟ ਲੈਣ ਨੂੰ ਕੋਈ ਨਹੀਂ ਹੈਗਾ, ਕਾਗਜ਼ਾਂ ਦੇ ਵਿੱਚ ਦਿਨ ਕਿਤੇ ਕਿੰਨੇ ਕੁ ਰਹਿ ਗਏ ਨੇ। ਅੱਜ ਉਹ ਕੈਪਟਨ ਅਮਰਿੰਦਰ ਸਿੰਘ ਆ ਜਿਹੜਾ ਆਪ ਲੋਕਾਂ ਨੂੰ ਟਾਈਮ ਨਹੀਂ ਸੀ ਦਿੰਦਾ, ਹੁਣ ਉਹ ਲੋਕਾਂ ਤੋਂ ਟਾਈਮ ਮੰਗਦਾ, ਲੋਕ ਉਹਨੂੰ ਟਾਈਮ ਨਹੀਂ ਦਿੰਦੇਗੇ। ਸਮਾਂ ਇੱਥੇ ਹੀ ਆ, ਸਾਰੇ ਸਮੇਂ ਦਾ ਦੌਰ ਆ। ਜਿਵੇਂ ਕਹਿੰਦੇ ਸਵਰਗ ਤੇ ਨਰਕ ਦਾ ਜਿਹੜਾ ਫੈਸਲਾ ਇੱਥੇ ਹੀ ਹੋ ਜਾਂਦਾ। ਔਰ ਜਿੰਨਾ ਲੋਕਾਂ ਨੇ ਮਾਣ ਸਤਿਕਾਰ ਦਿੱਤਾ ਸੀਗਾ, ਅੱਜ ਉਹਨਾਂ ਹੀ ਲੋਕ ਜਿਹੜਾ ਕਿ ਫੇਸਬੁੱਕ ਤੇ ਜੋ ਉਹਨਾਂ ਨੂੰ ਸ਼ਬਦਾਵਲੀ ਬੋਲ ਰਹੇ ਨੇ, ਤੁਸੀਂ ਚੰਗੀ ਤਰ੍ਹਾਂ ਜਾਣਦੇ ਜੀ। ਜੀਰਾ ਸਾਹਿਬ, ਅੱਜ ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਵੀਰੇ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀ ਕੁਲਬੀਰ ਸਿੰਘ ਜੀਰਾ, ਐਮਐਲਏ ਜੀਰਾ। ਸੋ ਇਹਨਾਂ ਨੇ ਦਾਅਵਾ ਕੀਤਾਗਾ ਵੀ ਅਸੀਂ ਜਿੱਤਾਂਗੇ ਤੇ ਚੰਨੀ ਸਾਹਿਬ ਹੀ ਅਗਲੇ ਪੰਜਾਬ ਦੇ ਮੁੱਖ ਮੰਤਰੀ ਹੋਣਗੇ, ਕਾਂਗਰਸ ਦੀ ਸਰਕਾਰ ਬਣੇਗੀ।
ਪਰ ਇਹ ਆਉਣ ਵਾਲਾ ਸਮਾਂ ਗਾ ਨਤੀਜੇ ਦੱਸਣਗੇ ਵੀ ਕਿਸ ਦੀ ਸਰਕਾਰ ਬਣਦੀ ਹੈ, ਕਿਸ ਦੀ ਝੋਲੀ ਜਿੱਤ ਪੈਂਦੀ ਹੈ ਤੇ ਕਿਸ ਦੀ ਝੋਲੀ ਹਾਰ ਪੈਂਦੀ ਹੈ। ਜਲਦੀ ਹੀ ਮਿਲਾਂਗੇ ਕਿਸੇ ਹੋਰ ਸਿਆਸਤਦਾਨ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ।